ਇਸ ਕਿਤਾਬ ਦੇ ਭਾਵ ਤੇ ਇਸ ਦੇ ਨਾਂ ਬਾਰੇ। ਦਿਨ ਦਿਹਾੜ ਨੂੰ ਦਿੰਦਾ ਹੈ ਇਹ ਖੁਸ਼ੀਆਂ ਦਾ ਸੰਦੇਸ਼, ਕਦੀ ਇਹਦੀ ਟੁਣਕਾਰ ਸੁਝਾਵੇ ਬਿਪਤਾ ਅਤੇ ਕਲੇਸ਼। ਘੜਿਆਲ ਉੱਤੇ ਉਕਰੇ ਸ਼ਬਦ। ਸੂਰਬੀਰ ਸੀ ਪਿਤਾ, ਸੱਤਿਆਵਾਨ ਸੀ ਪਿਤਾ ਸਦਾ ਰਿਹਾ। ਨਾਮ ਉਸ ਦਾ ਸੰਭਾਲੀ, ਇੱਥੇ ਸੌਂ ਰਿਹਾ ਹੈ ਬਾਲ ਨਿੱਕਾ ਜਿਹਾ। ਵੱਡਾ ਹੋ ਕੇ ਉਸਦਾ ਖੰਜਰ ਇਹ ਗਲ ਵਿੱਚ ਪਾਏਗਾ, ਲਾਜ ਉਸਦੇ ਨਾਮ ਨੂੰ ਨਹੀਂ ਇਹ ਕਦੀ ਵੀ ਲਾਏਗਾ। ਪੰਘੂੜੇ ਉੱਤੇ ਉਕਰੇ ਸ਼ਬਦ। ਪਹਾੜਾਂ ਵਿੱਚ ਰਹਿਣ ਵਾਲੇ ਲਈ ਦੋ ਚੀਜ਼ਾਂ ਪਿਆਰੀਆਂ ਹੋਣੀਆਂ ਚਾਹੀਦੀਆਂ ਹਨ, ਆਪਣਾ ਪਾਪਾਖਾ ਤੇ ਆਪਣਾ ਨਾਂ। ਪਾਪਾਖਾ ਆਮ ਤੌਰ 'ਤੇ ਭੇਡ ਦੀ ਖੱਲ ਦੀ ਉਲਟਾਈ ਖੱਲ ਦਾ ਬਣਿਆ ਹੋਇਆ ਇੱਕ ਲੰਮਾ ਜਿਹਾ ਖੁੱਦੜ ਜਿਹਾ ਕਾਕੇਸ਼ਈ ਟੋਪ ਹੁੰਦਾ ਹੈ। ਸਿਰਫ ਉਹ ਬੰਦਾ ਹੀ ਜਿਸ ਦਾ ਆਪਣੇ ਪਾਪਾਖਾ ਹੇਠਾਂ ਸਿਰ ਹੈ, ਉਸ ਟੋਪ ਨੂੰ ਪਾ ਕੇ ਰੱਖ ਸਕੇਗਾ। ਸਿਰਫ ਉਹ ਬੰਦਾ ਹੀ ਜਿਸ ਦੇ ਦਿਲ ਵਿੱਚ ਅੱਗ ਹੈ, ਆਪਣੇ ਨਾਂ ਨੂੰ ਪਾਕ ਪਵਿੱਤਰ ਰੱਖ ਸਕੇਗਾ। ਸਾਡੀਆਂ ਸਕਲੀਆਂ ਦੀ ਚਾਰ ਦੀਵਾਰੀ ਦੀ ਉੱਪਰਲੀ ਛੱਤ ਗੋਲੀਆਂ ਦੇ ਕਈ ਨਿਸ਼ਾਨਾਂ ਨਾਲ ਭਰੀ ਹੋਈ ਹੈ। ਮੇਰੇ ਪਿਤਾ ਜੀ ਦੇ ਦੋਸਤ ਆਪਣੀਆਂ ਪਿਸਤੌਲਾਂ ਵਿੱਚੋਂ ਛੱਤ ਉੱਤੇ ਗੋਲੀਆਂ ਚਲਾਉਂਦੇ ਤਾਂ ਕਿ ਆਸ-ਪਾਸ ਦੇ ਪਹਾੜਾਂ ਵਿੱਚ ਦੂਰ ਉੱਪਰ ਆਪਣੇ ਆਲ੍ਹਣਿਆਂ ਵਿੱਚ ਬੈਠੇ ਉਕਾਬਾਂ ਨੂੰ ਪਤਾ ਲੱਗ ਜਾਏ ਕਿ ਉਹਨਾਂ ਦਾ ਭਰਾ ਪੈਦਾ ਹੋਇਆ ਹੈ, ਕਿ ਦਾਗਿਸਤਾਨ ਵਿੱਚ ਇੱਕ ਹੋਰ ਉਕਾਬ ਪੈਦਾ ਹੋ ਗਿਆ ਹੈ। ਬੇਸ਼ੱਕ ਗੋਲੀ ਚਲਾਉਣਾ ਪੁੱਤਰ ਪੈਦਾ ਨਹੀਂ ਕਰੇਗਾ, ਪਰ ਪੁੱਤਰ ਦਾ ਜਨਮ ਮਨਾਉਣ ਲਈ ਗੋਲੀ ਲੱਭਣੀ ਹਮੇਸ਼ਾ ਲਾਜ਼ਮੀ ਹੈ। ਮੇਰੇ ਪਿਤਾ ਜੀ ਦੇ ਇੱਕ ਦੋਸਤ ਨੇ ਮੇਰੇ ਸਨਮਾਨ ਵਿੱਚ 2 ਗੋਲੀਆਂ ਚਲਾਈਆਂ, ਛੱਤ ਵਿੱਚ ਜਦੋਂ ਮੈਂ ਜਨਮਿਆ ਤੇ ਫਰਸ਼ ਉੱਤੇ ਜਦੋਂ ਮੇਰਾ ਨਾਂ ਰੱਖਿਆ ਗਿਆ। ਮਾਂ ਨੇ ਮੈਨੂੰ ਦੱਸਿਆ ਕਿ ਮੇਰਾ ਨਾਂ ਇਸ ਤਰ੍ਹਾਂ ਰੱਖਿਆ ਗਿਆ ਸੀ। ਮੈਂ ਆਪਣੇ ਪਰਿਵਾਰ ਵਿੱਚ ਤੀਜਾ ਬੇਟਾ ਸਾਂ। ਇੱਕ ਕੁੜੀ ਵੀ ਸੀ, ਮੇਰੀ ਭੈਣ। ਪਰ ਅਸੀਂ ਮਰਦਾਂ ਦੀ ਗੱਲ ਕਰ ਰਹੇ ਹਾਂ, ਬੇਟਿਆਂ ਦੀ। ਪਹਿਲੇ ਬੇਟੇ ਦੇ ਨਾਂ ਦਾ ਉਸਦੇ ਜਨਮ ਤੋਂ ਵੀ ਬਹੁਤ ਪਹਿਲਾਂ ਪਤਾ ਸੀ, ਕਿਉਂਕਿ ਰੀਤ ਅਨੁਸਾਰ ਉਸ ਨੂੰ ਆਪਣੇ ਸਵਰਗਵਾਸੀ ਬਾਬੇ ਦਾ ਨਾਂ ਦਿੱਤਾ ਜਾਂਦਾ ਹੈ। ਔਲ ਦੇ ਹਰ ਵਾਸੀ ਨੂੰ ਇਹ ਯਾਦ ਸੀ ਤੇ ਸਾਰੇ ਕਹਿੰਦੇ ਸਨ ਕਿ ਹਮਜ਼ਾਤ ਪਰਿਵਾਰ ਵਿੱਚ ਜਲਦੀ ਹੀ ਇੱਕ ਹੋਰ ਮੁਹੰਮਦ ਪੈਦਾ ਹੋਵੇਗਾ। ਮੇਰੇ ਬਾਬੇ ਦੇ ਵਿਹੜੇ ਵਿੱਚ ਕਦੀ ਕੋਈ ਚੌਪਾਇਆ ਜਾਨਵਰ ਨਹੀਂ ਸੀ ਵੜਿਆ, ਸਿਵਾਏ ਸ਼ਾਇਦ ਕੁੱਤਿਆਂ ਜਾਂ ਬਿੱਲੀਆਂ ਦੇ। ਉਹ ਸ਼ਾਇਦ ਹੀ ਹੈ ਕਦੀ ਕੰਬਲ ਹੇਠ ਸੁੱਤਾ ਹੋਵੇ। ਹੇਠਾਂ ਪਾਉਣ ਵਾਲੇ ਕੱਪੜਿਆਂ ਦਾ ਤਾਂ ਉਸ ਨੂੰ ਮਤਲਬ ਹੀ ਨਹੀਂ ਸੀ ਪਤਾ। ਦੁਨੀਆ ਵਿੱਚ ਕੋਈ ਵੀ ਡਾਕਟਰ ਇਸ ਗੱਲ ਦੀ ਫੜ ਨਹੀਂ ਸੀ ਮਾਰ ਸਕਦਾ ਕਿ ਉਸਨੇ ਕਦੀ ਉਸਦੇ ਦੰਦ ਦੇਖੇ ਹੋਣ, ਉਸਦੀ ਨਬਜ਼ ਦੇਖੀ ਹੋਵੇ, ਉਸਨੂੰ ਡੂੰਘੇ ਸਾਹ ਜਾਂ ਹੌਲੀ-ਹੌਲੀ ਸਾਹ ਲੈਣ ਲਈ ਕਿਹਾ ਹੋਵੇ, ਜਾਂ ਆਮ ਕਰਕੇ ਉਸਦੇ ਸਰੀਰ ਦਾ ਮੁਆਇਨਾ ਕੀਤਾ ਹੋਵੇ। ਨਾ ਹੀ ਔਲ ਵਿੱਚ ਕਿਸੇ ਨੂੰ ਉਸਦੇ ਜੰਮਣ ਮਰਨ ਦੀਆਂ ਤਰੀਕਾਂ ਦਾ ਹੀ ਠੀਕ-ਠੀਕ ਪਤਾ ਸੀ। ਜੇ ਪਿਤਾ ਜੀ ਦਾ ਨਾਂ ਮਲੀਨ ਕਰਨ ਲਈ ਲਿਖੇ ਗਏ ਬਿਆਨ ਉੱਤੇ ਯਕੀਨ ਕੀਤਾ ਜਾ ਸਕਦਾ ਹੋਵੇ, ਤਾਂ ਬਾਬੇ ਮੁਹੰਮਦ ਨੂੰ ਕੁਝ ਅਰਬੀ ਵੀ ਆਉਂਦੀ ਸੀ। ਮੇਰੇ ਪਿਤਾ ਜੀ ਨੇ ਆਪਣੇ ਪਹਿਲੇ ਬੱਚੇ ਨੂੰ, ਮੇਰੇ ਸਭ ਤੋਂ ਵੱਡੇ ਭਰਾ ਨੂੰ, ਉਸਦਾ ਨਾਂ ਦਿੱਤਾ ਸੀ। ਪਿਤਾ ਜੀ ਦਾ ਇੱਕ ਚਾਚਾ ਵੀ ਸੀ, ਜਿਹੜਾ ਦੂਜੇ ਬੇਟੇ ਦੇ ਜਨਮ ਤੋਂ ਜ਼ਰਾ ਹੀ ਪਹਿਲਾਂ ਚੱਲ ਵਸਿਆ ਸੀ। ਚਾਚੇ ਦਾ ਨਾਂ ਅਖੀਲਚੀ ਸੀ। ਸੋ ਇੱਕ ਹੋਰ ਅਖੀਲਚੀ ਪੈਦਾ ਹੋ ਗਿਆ ਹੈ। ਔਲ ਦੇ ਵਾਸੀ ਖੁਸ਼ੀ ਨਾਲ ਕੂਕ ਉੱਠੇ। ਜਦੋਂ ਸਾਡੇ ਪਰਿਵਾਰ ਵਿੱਚ ਦੂਜਾ ਬੇਟਾ ਆਇਆ, ਸਾਡਾ ਅਖੀਲਚੀ ਮੁੜ ਆਇਆ ਹੈ, ਸ਼ਾਲਾ ਇਹ ਚੰਗਾ ਸ਼ਗਨ ਹੋਵੇ, ਨਾ ਕਿ ਬਦਕਿਸਮਤੀ ਦਾ ਚਿੰਨ੍ਹ। ਜੇ ਉਸਦੀ ਨਿਰਮਾਣ ਜਿਹੀ ਸਕਲੀਆ ਉੱਤੇ ਕੋਈ ਕਾਂ ਬੈਠਦਾ ਹੈ, ਸ਼ਾਲਾ ਵੱਡਾ ਹੋ ਕੇ ਮੁੰਡੇ ਦਾ ਸੁਭਾਅ ਇੰਨਾ ਹੀ ਉੱਤਮ ਹੋਵੇ ਜਿੰਨਾ ਉਸਦਾ ਸੀ।
ਜਿਸ ਦਾ ਉਸ ਨੂੰ ਹੁਣ ਨਾਂ ਦਿੱਤਾ ਗਿਆ ਹੈ। ਜਦੋਂ ਮੇਰੇ ਆਉਣ ਦਾ ਸਮਾਂ ਨੇੜੇ ਆਇਆ ਤਾਂ ਪਿਤਾ ਜੀ ਕੋਲ ਰੱਖਣ ਲਈ ਹੋਰ ਕੋਈ ਨਾਂ ਨਹੀਂ ਸੀ। ਨਾ ਕੋਈ ਰਿਸ਼ਤੇਦਾਰ ਜਾਂ ਦੋਸਤ ਨਹੀਂ ਸਨ ਜਿਹੜੇ ਹੁਣੇ ਕਾਲਵਸ ਹੋਏ ਹੁੰਦੇ ਜਾਂ ਵਿਦੇਸ਼ਾਂ ਵਿੱਚ ਗੁੰਮ ਹੋਏ ਹੁੰਦੇ। ਕੋਈ ਵੀ ਜਿਸ ਦਾ ਨਾਂ ਮੇਰੀ ਸਾਰੀ ਉਮਰ ਮਾਣ ਨਾਲ ਰੱਖਣ ਲਈ ਬਖਸ਼ਿਆ ਜਾ ਸਕਦਾ। ਜਦੋਂ ਮੇਰਾ ਜਨਮ ਹੋਇਆ ਤਾਂ ਪਿਤਾ ਜੀ ਨੇ ਆਪਣੀ ਆਉਲ ਦੇ ਸਭ ਤੋਂ ਵੱਧ ਸਤਿਕਾਰਯੋਗ ਲੋਕਾਂ ਨੂੰ ਨਾਮ ਸੰਸਕਾਰ ਕਰਨ ਲਈ ਆਪਣੇ ਘਰ ਬੁਲਾਇਆ। ਉਹ ਸਕਲੀਆ ਵਿੱਚ ਇੰਜ ਗਹਿਰ ਗੰਭੀਰ ਤੇ ਸਹਿਜ ਸੁਭਾਅ ਆਣ ਬਿਰਾਜੇ ਜਿਵੇਂ ਉਹਨਾਂ ਸਾਹਮਣੇ ਸਾਰੇ ਦੇਸ਼ ਦੀ ਹੋਣੀ ਦਾ ਫੈਸਲਾ ਕਰਨ ਦਾ ਕੰਮ ਰੱਖਿਆ ਗਿਆ ਹੋਵੇ। ਉਹਨਾਂ ਵਿੱਚੋਂ ਹਰ ਇੱਕ ਦੇ ਹੱਥ ਵਿੱਚ ਸਾਡੇ ਬਲਹਾਰ ਕੁਮਾਰਾਂ ਦੀ ਕਿਰਤ ਸ਼ਰਾਬ ਪੀਣ ਵਾਲਾ ਇੱਕ ਗੋਲ ਪਿਆਲਾ ਸੀ। ਬੇਸ਼ੱਕ ਕੱਪ ਝੱਗ ਵਾਲੀ ਬੁਝਾ ਨਾਲ ਭਰੇ ਪਏ ਸਨ। ਸਿਰਫ ਇੱਕ ਆਦਮੀ ਉਹਨਾਂ ਵਿੱਚੋਂ ਸਭ ਤੋਂ ਬਜ਼ੁਰਗ, ਦੁੱਧ ਚਿੱਟੇ ਵਾਲਾਂ ਤੇ ਦਾੜ੍ਹੀ ਵਾਲੇ ਪੈਗੰਬਰ ਵਾਂਗ ਲੱਗਦੇ ਸਨ। ਇੱਕ ਬਜ਼ੁਰਗ ਨੇ ਹੀ ਹੱਥਾਂ ਵਿੱਚ ਕੁਝ ਨਹੀਂ ਸੀ ਫੜਿਆ ਹੋਇਆ। ਇਹ ਬਜ਼ੁਰਗ ਸੀ ਜਿਸ ਦੇ ਹੱਥਾਂ ਵਿੱਚ ਮਾਂ ਨੇ ਮੈਨੂੰ ਦੇ ਦਿੱਤਾ ਜਦੋਂ ਉਹ ਨਾਲ ਦੇ ਕਮਰੇ ਵਿੱਚੋਂ ਦਾਖਲ ਹੋਈ। ਮੈਂ ਬਜ਼ੁਰਗ ਦੀਆਂ ਬਾਹਾਂ ਵਿੱਚ ਘੋਲ ਕਰਨ ਲੱਗਾ ਜਦਕਿ ਮੇਰੀ ਮਾਂ ਨੇ ਉਸ ਨੂੰ ਸੰਬੋਧਨ ਕਰਦਿਆਂ ਕਿਹਾ, ਮੇਰੇ ਵਿਆਹ ਉੱਤੇ ਤੁਸੀਂ ਆਪਣੇ ਗੀਤ ਗਾਏ ਸਨ, ਕਦੀ ਪਾਂਡੂਰ ਵਜਾਉਂਦਿਆਂ, ਕਦੀ ਡਫ ਵਜਾਉਂਦਿਆਂ। ਤੁਹਾਡੇ ਗੀਤ ਸੋਹਣੇ ਸਨ। ਤੁਸੀਂ ਹੁਣ ਕਿਹੜਾ ਗੀਤ ਗਾਓਗੇ ਜਿਸ ਵੇਲੇ ਤੁਹਾਡੀਆਂ ਬਾਹਾਂ ਵਿੱਚ ਮੇਰਾ ਬੱਚਾ ਹੈ? ਭਾਗਵਾਨੇ, ਗੀਤ ਤੂੰ ਗਾਏਂਗੀ ਮਾਂ ਵਜੋਂ ਜਦੋਂ ਤੂੰ ਇਸ ਦਾ ਪੰਘੂੜਾ ਹਿਲਾ ਰਹੀ ਹੋਵੇਂਗੀ। ਮਗਰੋਂ ਪੰਛੀ ਤੇ ਦਰਿਆ ਹੋਣਗੇ ਜਿਹੜੇ ਇਸ ਨੂੰ ਗਾਣਾ ਸੁਣਾਉਣਗੇ। ਤਲਵਾਰਾਂ ਤੇ ਗੋਲੀਆਂ ਵੀ ਇਸ ਨੂੰ ਗੀਤ ਸੁਣਾਉਣਗੀਆਂ। ਪਰ ਸ਼ਾਲਾ ਇਸ ਦੀ ਪਤਨੀ ਇਸ ਨੂੰ ਉਹ ਗੀਤ ਸੁਣਾਏ ਜਿਹੜਾ ਸਭ ਗੀਤਾਂ ਤੋਂ ਸੁੰਦਰ ਹੋਵੇ। ਤਾਂ ਫਿਰ ਇਸ ਲਈ ਨਾਂ ਚੁਣੋ ਤਾਂ ਕਿ ਮੈਂ ਇਸ ਦੀ ਮਾਂ, ਸਾਡੀ ਸਾਰੀ ਔਲ ਤੇ ਸਾਰਾ ਦਾਗਿਸਤਾਨ ਉਹ ਨਾਂ ਸੁਣ ਸਕੇ ਜਿਹੜਾ ਤੁਸੀਂ ਹੁਣ ਇਸ ਨੂੰ ਦੇਵੋਗੇ। ਬਜ਼ੁਰਗ ਨੇ ਮੈਨੂੰ ਤਾਂ ਛੱਤ ਵੱਲੋਂ ਚੁੱਕਿਆ ਤੇ ਬੋਲਿਆ, ਕੁੜੀ ਦਾ ਨਾਂ ਸਿਤਾਰੇ ਦੀ ਚਮਕ ਵਾਂਗ ਜਾਂ ਫੁੱਲ ਦੀ ਸੁਗੰਧੀ ਵਾਂਗ ਹੋਣਾ ਚਾਹੀਦਾ ਹੈ। ਆਦਮੀ ਦਾ ਨਾਂ ਤਲਵਾਰਾਂ ਦੀ ਖੜਕਾਰ ਜਾਂ ਗ੍ਰੰਥਾਂ ਦੀ ਸਿਆਣਪ ਵਰਗਾ ਹੋਣਾ ਚਾਹੀਦਾ ਹੈ। ਕਿਤਾਬਾਂ ਤੋਂ ਮੈਨੂੰ ਕਈ ਨਾਵਾਂ ਦਾ ਪਤਾ ਲੱਗਿਆ। ਤਲਵਾਰਾਂ ਦੀ ਗੁੰਝਾਰ ਵਿੱਚੋਂ ਵੀ ਕਈ ਨਾਂ ਮੇਰੇ ਕੰਨੀ ਪਏ ਨੇ। ਮੇਰੇ ਗ੍ਰੰਥ ਤੇ ਮੇਰੀਆਂ ਤਲਵਾਰਾਂ ਇੱਕ ਨਾਂ ਮੇਰੇ ਕੰਨਾਂ ਵਿੱਚ ਲੈ ਰਹੀਆਂ ਨੇ। ਇਹ ਨਾਂ ਏ ਰਸੂਲ। ਫਿਰ ਬਜ਼ੁਰਗ, ਜਿਹੜਾ ਪੈਗੰਬਰ ਵਾਂਗ ਲੱਗਦਾ ਸੀ, ਮੇਰੇ ਉੱਤੇ ਝੁਕਿਆ ਤੇ ਹੌਲੀ ਜਿਹੀ ਮੇਰੇ ਕੰਨ ਵਿੱਚ ਬੋਲਿਆ, ਰਸੂਲ। ਉੱਚੀ ਸਾਰੀ ਦੂਜੇ ਕੰਨ ਵਿੱਚ ਚੀਕਿਆ, ਰਸੂਲ। ਉਸਨੇ ਰੋਂਦਾ ਬੱਚਾ ਉਸਦੀ ਮਾਂ ਦੇ ਹਵਾਲੇ ਕਰ ਦਿੱਤਾ ਤੇ ਉਸਨੂੰ ਤੇ ਬਾਕੀ ਹਾਜ਼ਰ ਸਾਰਿਆਂ ਨੂੰ ਸੰਬੋਧਨ ਕਰਦਿਆਂ ਉਹ ਬੋਲਿਆ, ਆਹ ਦੇਖੋ ਰਸੂਲ। ਸਕਲੀਆ ਵਿਚਲੀ ਧੁੱਪ ਨੇ ਮੇਰੇ ਨਾਂ ਦੀ ਪੁਸ਼ਟੀ ਕੀਤੀ। ਪੰਚਾਂ ਨੇ ਆਪਣੇ ਪਿਆਲੇ ਖਾਲੀ ਕੀਤੇ। ਪੁੱਠੇ ਹੱਥਾਂ ਨਾਲ ਆਪਣੀਆਂ ਮੁੱਛਾਂ ਪੂੰਝੀਆਂ, ਹੁੰਗਾਰੇ ਨਾਲ ਰਜਾਮੰਦੀ ਜ਼ਾਹਰ ਕੀਤੀ। ਪਰਬਤਵਾਸੀ ਨੂੰ ਦੋ ਚੀਜ਼ਾਂ ਪਿਆਰੀਆਂ ਹੋਣੀਆਂ ਚਾਹੀਦੀਆਂ ਨੇ, ਉਸਦਾ ਪਾਪਾਖਾ ਤੇ ਉਸਦਾ ਨਾਂ। ਪਾਪਾਖਾ ਹੋ ਸਕਦਾ ਹੈ ਸਿਰ ਲਈ ਬੜਾ ਭਾਰਾ ਸਾਬਿਤ ਹੋਵੇ। ਇਸੇ ਤਰ੍ਹਾਂ ਨਾਂ ਵੀ ਸਾਬਿਤ ਹੋ ਸਕਦਾ ਹੈ। ਲੱਗਦਾ ਹੈ ਕਿ ਬੱਗੇ ਵਾਲਾਂ ਵਾਲੇ ਬਜ਼ੁਰਗ ਨੇ, ਜਿਹੜਾ ਬਹੁਤ ਘੁੰਮਿਆ ਹੋਇਆ ਤੇ ਬਹੁਤ ਪੜ੍ਹਿਆ ਹੋਇਆ ਸੀ, ਮੇਰੇ ਨਾਂ ਵਿੱਚ ਖਾਸ ਅਰਥ ਦੇ ਮੰਤਵ ਭਰ ਦਿੱਤੇ। ਰਸੂਲ ਅਰਬੀ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਸੰਦੇਸ਼ ਵਾਹਕ ਜਾਂ ਵਧੇਰੇ ਠੀਕ ਹੋਵੇਗਾ ਪ੍ਰਤੀਨਿਧ। ਤਾਂ ਮੈਂ ਕਿਸ ਦਾ ਸੰਦੇਸ਼ ਵਾਹਕ, ਕਿਸ ਦਾ ਪ੍ਰਤੀਨਿਧ ਹਾਂ? ਆਪਣੀ ਨੋਟਬੁੱਕ ਵਿੱਚੋਂ। ਬੈਲਜੀਅਮ ਮੈਂ ਦੁਨੀਆ ਭਰ ਤੋਂ ਆਏ ਵੱਖੋ ਵੱਖਰੀਆਂ ਕੌਮਾਂ ਤੇ ਦੇਸ਼ਾਂ ਦੇ ਕਵੀਆਂ ਦੇ ਇਕੱਠ ਵਿੱਚ ਹਿੱਸਾ ਲੈ ਰਿਹਾ ਹਾਂ। ਜਿਹੜਾ ਵੀ ਕੋਈ ਬੋਲਣ ਲਈ ਉੱਠਦਾ, ਉਹ ਆਪਣੇ ਲੋਕਾਂ ਬਾਰੇ, ਉਹਨਾਂ ਦੇ ਸੱਭਿਆਚਾਰ, ਕਵਿਤਾਵਾਂ ਤੇ ਭਵਿੱਖ ਬਾਰੇ ਦੱਸਦਾ।
ਪਰ ਕੁਝ ਐਸੇ ਪ੍ਰਤੀਨਿਧ ਵੀ ਸਨ ਜਿਵੇਂ ਕਿ ਲੰਡਨ ਤੋਂ ਹੰਗੇਰੀਅਨ, ਪੈਰਿਸ ਤੋਂ ਐਸਤੋਨੀਅਨ ਅਤੇ ਸਾਨ ਫਰਾਂਸਿਸਕੋ ਤੋਂ ਪੋਲ। ਇੰਝ ਸੀ ਇਹ। ਕਿਸਮਤ ਨੇ ਉਹਨਾਂ ਲੋਕਾਂ ਨੂੰ ਵੱਖੋ ਵੱਖਰੇ ਦੇਸ਼ਾਂ ਵਿੱਚ, ਪਹਾੜਾਂ ਤੋਂ ਪਾਰ, ਸਮੁੰਦਰਾਂ ਤੋਂ ਪਾਰ, ਆਪਣੀ ਜਨਮ ਭੂਮੀ ਤੋਂ ਦੂਰ ਦਰਾਡੇ ਫੈਲਾ ਦਿੱਤਾ ਸੀ। ਮੈਨੂੰ ਸਭ ਤੋਂ ਵੱਧ ਹੈਰਾਨੀ ਇੱਕ ਕਵੀ ਉੱਤੇ ਹੋਈ ਜਿਸ ਨੇ ਐਲਾਨ ਕੀਤਾ, ਸੱਜਣੋ, ਤੁਸੀਂ ਇੱਥੇ ਵੱਖੋ ਵੱਖਰੇ ਦੇਸ਼ਾਂ ਤੋਂ ਆਏ ਹੋ, ਤੁਸੀਂ ਵੱਖੋ ਵੱਖਰੀਆਂ ਕੌਮਾਂ ਦੇ ਪ੍ਰਤੀਨਿਧ ਹੋ। ਸਿਰਫ ਮੈਂ ਹੀ ਕਿਸੇ ਖਾਸ ਕੌਮ ਦੀ ਅਤੇ ਕਿਸੇ ਖਾਸ ਦੇਸ਼ ਦੀ ਪ੍ਰਤੀਨਿਧਤਾ ਨਹੀਂ ਕਰਦਾ। ਮੈਂ ਸਭ ਦੇਸ਼ਾਂ ਅਤੇ ਸਭ ਦੇਸ਼ਾਂ ਦੀ ਪ੍ਰਤੀਨਿਧਤਾ ਕਰਦਾ ਹਾਂ। ਮੈਂ ਕਵਿਤਾ ਦੀ ਪ੍ਰਤੀਨਿਧਤਾ ਕਰਦਾ ਹਾਂ। ਮੈਂ ਕਵਿਤਾ ਹਾਂ। ਮੈਂ ਉਹ ਸੂਰਜ ਹਾਂ ਜਿਹੜਾ ਸਾਰੀ ਦੁਨੀਆ ਲਈ ਚਮਕਦਾ ਹੈ। ਮੈਂ ਉਹ ਵਰਖਾ ਹਾਂ ਜਿਹੜੀ ਸਾਰੀ ਜ਼ਮੀਨ ਨੂੰ ਪਾਣੀ ਦਿੰਦੀ ਹੈ। ਇਸ ਦੀ ਕੌਮੀਅਤ ਬਾਰੇ ਜ਼ਰਾ ਵੀ ਕੁਝ ਸੋਚਣ ਬਿਨਾਂ ਮੈਂ ਐਸਾ ਦਰੱਖਤ ਹਾਂ ਜਿਹੜਾ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਇੱਕੋ ਜਿੰਨਾ ਵੱਧ ਫੁੱਲ ਸਕਦਾ ਹੈ। ਇੰਨਾ ਕਹਿ ਕੇ ਉਹ ਮੰਚ ਤੋਂ ਉੱਤਰ ਆਇਆ। ਸਰੋਤਿਆਂ ਵਿੱਚੋਂ ਕਈਆਂ ਨੇ ਤਾਲੀਆਂ ਵਜਾਈਆਂ। ਮੈਂ ਸੋਚਣ ਲੱਗ ਪਿਆ, ਉਹ ਠੀਕ ਹੈ, ਸੱਚਮੁੱਚ ਅਸੀਂ ਕਵੀ ਸਾਰੀ ਦੁਨੀਆ ਲਈ ਜ਼ਿੰਮੇਵਾਰ ਹਾਂ। ਪਰ ਜਿਹੜਾ ਕੋਈ ਆਪਣੀ ਜਨਮ ਭੂਮੀ ਲਈ ਪਿਆਰ ਨਹੀਂ ਰੱਖਦਾ, ਉਹ ਸਾਰੀ ਦੁਨੀਆ ਦੀ ਪ੍ਰਤੀਨਿਧਤਾ ਨਹੀਂ ਕਰ ਸਕਦਾ। ਮੇਰੇ ਲਈ ਉਹ ਉਸ ਆਦਮੀ ਵਾਂਗ ਹੈ ਜਿਹੜਾ ਆਪਣੀ ਜਨਮ ਭੂਮੀ ਤੋਂ ਨਿਕਲ ਆਇਆ ਅਤੇ ਕਿਸੇ ਹੋਰ ਦੇਸ਼ ਵਿੱਚ ਰਹਿਣ ਲੱਗ ਪਿਆ ਅਤੇ ਘਰ ਵਸਾ ਲਿਆ ਅਤੇ ਆਪਣੀ ਸੱਸ ਨੂੰ ਮਾਂ ਕਹਿੰਦਾ ਹੈ। ਸੱਸ ਦੇ ਖਿਲਾਫ ਮੈਨੂੰ ਕੋਈ ਗਿਲਾ ਨਹੀਂ, ਪਰ ਮਾਂ ਤੋਂ ਬਿਨਾਂ ਕੋਈ ਮਾਂ ਨਹੀਂ ਹੋ ਸਕਦੀ। ਜਦੋਂ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੌਣ ਹੋ, ਤਾਂ ਤੁਸੀਂ ਪ੍ਰਮਾਣ ਪੇਸ਼ ਕਰ ਸਕਦੇ ਹੋ। ਆਪਣਾ ਪਾਸਪੋਰਟ ਜਿਹੜਾ ਤੁਹਾਡੇ ਬਾਰੇ ਸਭ ਕੁਝ ਵਿਸਥਾਰ ਦੱਸਦਾ ਹੈ। ਜਦੋਂ ਕਿਸੇ ਕੌਮ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਕੀ ਹੈ, ਤਾਂ ਉਹ ਲਿਖਤੀ ਪ੍ਰਮਾਣ ਵਾਂਗ ਹੀ ਆਪਣੇ ਸਾਇੰਸਦਾਨਾਂ, ਆਪਣੇ ਲੇਖਕਾਂ, ਆਪਣੇ ਕਲਾਕਾਰਾਂ ਅਤੇ ਆਪਣੇ ਸਿਆਸਤਦਾਨਾਂ ਨੂੰ ਪੇਸ਼ ਕਰਦੀ ਹੈ। ਚੜ੍ਹਦੀ ਜਵਾਨੀ ਤੋਂ ਹੀ ਬੰਦੇ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਉਹ ਦੁਨੀਆ ਵਿੱਚ ਆਪਣੀ ਕੌਮ ਦਾ ਪ੍ਰਤੀਨਿਧ ਬਣ ਕੇ ਆਇਆ ਹੈ ਅਤੇ ਉਸਨੂੰ ਉਹ ਰੋਲ ਧਾਰਨ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਆਦਮੀ ਨੂੰ ਇੱਕ ਨਾਂ, ਪਾਪਾਖਾ ਅਤੇ ਹਥਿਆਰ ਦਿੱਤਾ ਜਾਂਦਾ ਹੈ। ਪੰਘੂੜੇ ਤੋਂ ਹੀ ਉਸਨੂੰ ਆਪਣੀ ਕੌਮ ਦੇ ਗੀਤ ਸਿਖਾਏ ਜਾਂਦੇ ਹਨ। ਜਦੋਂ ਮੇਰੀ ਕਿਸਮਤ ਮੈਨੂੰ ਕਿਸੇ ਕੋਨੇ ਵਿੱਚ ਵੀ ਲੈ ਜਾਏ, ਮੈਂ ਹਮੇਸ਼ਾ ਹੀ ਆਪਣੇ ਆਪ ਨੂੰ ਉਸ ਧਰਤੀ ਦਾ, ਉਹਨਾਂ ਪਹਾੜਾਂ ਦਾ ਅਤੇ ਉਸ ਸਾਲ ਦਾ ਪ੍ਰਤੀਨਿਧ ਸਮਝਦਾ ਹਾਂ ਜਿੱਥੇ ਮੈਂ ਸਭ ਤੋਂ ਪਹਿਲਾਂ ਘੋੜੇ ਉੱਤੇ ਕਾਠੀ ਪਾਉਣੀ ਸਿੱਖੀ। ਮੈਂ ਜਿੱਥੇ ਵੀ ਕਿਤੇ ਹੋਵਾਂ, ਆਪਣੇ ਆਪ ਨੂੰ ਆਪਣੇ ਦਾਗਿਸਤਾਨ ਦਾ ਵਿਸ਼ੇਸ਼ ਪੱਤਰ ਪ੍ਰੇਰਕ ਸਮਝਦਾ ਹਾਂ। ਪਰ ਜਦੋਂ ਮੈਂ ਆਪਣੇ ਦਾਗਿਸਤਾਨ ਵਾਪਸ ਆਉਂਦਾ ਹਾਂ ਤਾਂ ਸਮੁੱਚੇ ਤੌਰ ਉੱਤੇ ਮਨੁੱਖਾਂ, ਸੱਭਿਆਚਾਰ ਦੇ ਵਿਸ਼ੇਸ਼ ਪੱਤਰ ਪ੍ਰੇਰਕ ਵਜੋਂ ਆਪਣੇ ਸਾਰੇ ਦੇਸ਼ ਦੇ, ਸਗੋਂ ਸਾਰੇ ਦੁਨੀਆ ਦੇ ਵੀ ਪ੍ਰਤੀਨਿਧ ਵਜੋਂ ਵਾਪਸ ਆਉਂਦਾ ਹਾਂ। ਦੇਸ਼ਾਂ ਵਿੱਚੋਂ ਦੇਸ਼ ਆਪਣੀ ਹੀ ਗੱਲ ਕਰਨੀ ਚਾਹਾਂ ਜਿਵੇਂ, ਪਰ ਇੱਕ ਵੀ ਅੱਖਰ ਬੋਲ ਨਹੀਂ ਸਕਦਾ। ਨਾਲੇ ਆਪਣੇ ਲਿਆਇਆ ਹਾਂ ਮੈਂ ਭਰੀਆਂ ਪੰਡਾਂ, ਪਰ ਕੰਬਖਤੀ ਉਹਨਾਂ ਨੂੰ ਮੈਂ ਖੋਲ੍ਹ ਨਹੀਂ ਸਕਦਾ। ਕੋਈ ਟੁਣਕਦਾ ਗੀਤ ਆਪਣੀ ਮਾਂ ਬੋਲੀ ਵਿੱਚ ਦੁਨੀਆ ਬਾਰੇ ਮੈਂ ਹਾਲੇ ਤੱਕ ਗਾ ਨਹੀਂ ਸਕਿਆ। ਮੋਢਿਆਂ ਉੱਤੇ ਲੈ ਆਇਆ ਸੰਦੂਕ ਉਠਾ ਕੇ, ਪਰ ਉਸਨੂੰ ਖੋਲ੍ਹਣ ਦੀ ਕੁੰਜੀ ਪਾ ਨਹੀਂ ਸਕਿਆ। ਆਪਣੀਆਂ ਸਕਲੀਆਂ ਦੀ ਪੱਧਰੀ ਛੱਤ ਉੱਤੇ ਮੈਂ ਅਤੇ ਮੇਰੇ ਪਿੰਡ ਵਾਸੀ ਬੈਠੇ ਹੁੰਦੇ ਹਾਂ ਅਤੇ ਮੈਂ ਉਹਨਾਂ ਦੇ ਅਣਗਿਣਤ ਸਵਾਲਾਂ ਦਾ ਜਵਾਬ ਦਿੰਦਾ ਹਾਂ। ਦੂਰ ਦੁਰਾਡੇ ਦੇਸ਼ਾਂ ਵਿੱਚ ਤੈਨੂੰ ਆਪਣਾ ਸਾਥੀ ਦੇਸ਼ ਵਾਸੀ ਵੀ ਕੋਈ ਮਿਲਿਆ ਸੀ? ਦੁਨੀਆ ਵਿੱਚ ਹੋਰ ਕਿਤੇ ਸਾਡੇ ਪਹਾੜਾਂ ਵਰਗੇ ਪਹਾੜ ਹੈਗੇ ਨੇ? ਵਿਦੇਸ਼ਾਂ ਵਿੱਚ ਤੂੰ ਘਰ ਲਈ ਉਤਰਿਆ ਸੈਂ? ਸਾਡੀ ਔਲ ਤੈਨੂੰ ਯਾਦ ਆਈ ਸੀ? ਦੂਜੇ ਦੇਸ਼ਾਂ ਵਿੱਚ ਲੋਕ ਸਾਡੇ ਬਾਰੇ ਕੀ ਜਾਣਦੇ ਨੇ ਕਿ ਅਸੀਂ ਵੀ ਦੁਨੀਆ ਵਿੱਚ ਰਹਿੰਦੇ ਹਾਂ? ਮੈਂ ਜਵਾਬ ਦਿੰਦਾ ਹਾਂ, ਉਹ ਸਾਡੇ ਬਾਰੇ ਵੀ ਜਾਣ ਸਕਦੇ ਹਨ ਜੇ ਅਸੀਂ ਖੁਦ ਆਪਣੇ ਆਪ ਨੂੰ ਠੀਕ ਤਰ੍ਹਾਂ ਨਾਲ ਨਹੀਂ ਜਾਣਦੇ। ਅਸੀਂ 10 ਲੱਖ ਦੇ ਕਰੀਬ ਹਾਂ।
ਦਾਗਿਸਤਾਨੀ ਪਹਾੜਾਂ ਦੀ ਚਟਾਨੀ ਮੁੱਠੀ ਵਿੱਚ ਇਕੱਠੇ ਹੋਏ 10 ਲੱਖ ਲੋਕ 40 ਵੱਖੋ ਵੱਖਰੀਆਂ ਬੋਲੀਆਂ ਬੋਲਦੇ ਤਾਂ ਸਾਨੂੰ ਸਾਡੇ ਬਾਰੇ ਦੱਸ ਅਤੇ ਬਾਕੀ ਸਾਰੀ ਦੁਨੀਆ ਵਿੱਚ ਰਹਿਣ ਵਾਲਿਆਂ ਨੂੰ ਸਾਡੇ ਬਾਰੇ ਦੱਸ। ਸਾਰੀਆਂ ਸਦੀਆਂ ਵਿੱਚ ਸਾਡਾ ਇਤਿਹਾਸ ਤਲਵਾਰ ਅਤੇ ਕਟਾਰ ਨਾਲ ਲਿਖਿਆ ਜਾਂਦਾ ਰਿਹਾ ਹੈ। ਇਹਨਾਂ ਅੱਖਰਾਂ ਨੂੰ ਮਨੁੱਖਾ ਬੋਲੀ ਵਿੱਚ ਉਲਥਾ ਦੇ। ਜੇ ਤੂੰ ਇਹ ਨਹੀਂ ਕਰ ਸਕਦਾ, ਤੂੰ ਜਿਹੜਾ ਤਸਾਦਾ ਆਉਲ ਵਿੱਚ ਜੰਮਿਆ ਸੈਂ, ਤਾਂ ਹੋਰ ਕੋਈ ਵੀ ਇਹ ਕੰਮ ਤੇਰੇ ਲਈ ਨਹੀਂ ਕਰੇਗਾ। ਆਪਣੇ ਖਿਆਲਾਂ ਨੂੰ ਚੋਣਵੇਂ ਘੋੜਿਆਂ ਵਾਂਗ ਤਰਤੀਬ ਦੇ। ਹਰ ਘੋੜਾ ਦੂਜੇ ਜਿੰਨਾ ਹੀ ਯੋਗ ਹੋਵੇ ਅਤੇ ਉਹਨਾਂ ਵਿੱਚੋਂ ਕੋਈ ਵੀ ਦੂਜੇ ਨਾਲੋਂ ਘੱਟ ਨਾ ਹੋਵੇ। ਆਪਣੇ ਵਿਚਾਰਾਂ ਨੂੰ ਡਰੇ ਹੋਏ ਘੋੜਿਆਂ ਵਾਂਗ ਜਾਂ ਮੱਝਾਂ ਦੇ ਬੱਗ ਵਾਂਗ ਸਫ਼ਿਆਂ ਉੱਤੇ ਦੌੜਨ ਦੇ। ਆਪਣੇ ਵਿਚਾਰਾਂ ਨੂੰ ਲੁਕੋ ਕੇ ਨਾ ਰੱਖ। ਜੇ ਤੂੰ ਇੰਝ ਕਰੇਗਾ ਤਾਂ ਤੂੰ ਭੁੱਲ ਜਾਏਗਾ ਕਿ ਤੂੰ ਉਹਨਾਂ ਨੂੰ ਕਿੱਥੇ ਰੱਖਿਆ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਕੋਈ ਕੰਜੂਸ ਉਸ ਗੁਪਤ ਥਾਂ ਨੂੰ ਭੁੱਲ ਜਾਂਦਾ ਹੈ ਜਿੱਥੇ ਉਸਨੇ ਆਪਣੇ ਪੈਸੇ ਲੁਕਾ ਕੇ ਰੱਖੇ ਹੁੰਦੇ ਹਨ ਅਤੇ ਆਪਣੇ ਲਾਲਚ ਕਰਕੇ ਉਹਨਾਂ ਨੂੰ ਗਵਾ ਬੈਠਦਾ ਹੈ। ਪਰ ਆਪਣੇ ਵਿਚਾਰ ਕਿਸੇ ਨੂੰ ਨਾ ਦੱਸੀ। ਕੀਮਤੀ ਔਜ਼ਾਰ ਬੱਚੇ ਨੂੰ ਖੇਡਣ ਲਈ ਨਹੀਂ ਦੇਣਾ ਚਾਹੀਦਾ। ਔਜ਼ਾਰ ਤੋੜ ਦੇਵੇਗਾ ਜਾਂ ਗਵਾ ਦੇਵੇਗਾ ਜਾਂ ਫਿਰ ਆਪਣਾ ਕੋਈ ਅੰਗ ਕੱਟ ਲਵੇਗਾ। ਤੁਹਾਡੇ ਘੋੜੇ ਦੇ ਤੌਰ ਤਰੀਕੇ ਨੂੰ ਤੁਹਾਡੇ ਆਪਣੇ ਨਾਲੋਂ ਚੰਗਾ ਕੋਈ ਵੀ ਨਹੀਂ ਜਾਣ ਸਕਦਾ। ਉਸ ਰਸਤੇ ਬਾਰੇ ਇੱਕ ਵਾਰਤਾ ਜਿਸ ਉੱਤੇ ਮੇਰੇ ਪਿਤਾ ਜੀ ਚੱਲਿਆ ਕਰਦੇ ਸਨ। ਸਾਡੇ ਨਿੱਕੇ ਜਿਹੇ ਪਿੰਡ ਤਸਾਦਾ ਤੋਂ ਇੱਕ ਪੱਕੀ ਸੜਕ ਮਹੱਤਵਪੂਰਨ ਔਲ ਖੂਨਜਾਮ ਨੂੰ ਜਾਂਦੀ ਹੈ, ਜੋ ਕਿ ਜ਼ਿਲ੍ਹਾ ਕੇਂਦਰ ਹੈ। ਜਦੋਂ ਵੀ ਪਿਤਾ ਜੀ ਖੂਨਜਾਮ ਜਾਇਆ ਕਰਦੇ ਸਨ ਤਾਂ ਉਹ ਇਸ ਸਾਂਝੀ ਸੜਕ ਉੱਤੋਂ ਨਹੀਂ ਸਨ ਜਾਇਆ ਕਰਦੇ, ਸਗੋਂ ਆਪਣੇ ਹੀ ਚੁਣੇ ਹੋਏ ਪਹਿੇ ਉੱਤੋਂ ਦੀ ਜਾਂਦੇ ਸਨ। ਉਹਨਾਂ ਨੇ ਇਸ ਨੂੰ ਲੱਭਿਆ, ਬਣਾਇਆ ਅਤੇ ਹਰ ਸਵੇਰ ਅਤੇ ਹਰ ਸ਼ਾਮ ਵਰਤਿਆ ਸੀ। ਪਿਤਾ ਜੀ ਨੂੰ ਉੱਥੇ ਸ਼ਾਨਦਾਰ ਫੁੱਲ ਲੱਭਣ ਦਾ ਢੰਗ ਆਉਂਦਾ ਸੀ, ਜਿਨ੍ਹਾਂ ਨੂੰ ਉਹ ਹੋਰ ਵੀ ਵਚਿੱਤਰ ਗੁਲਦਸਤਿਆਂ ਵਿੱਚ ਤਰਤੀਬ ਦੇ ਦਿੰਦੇ ਸੀ। ਸਰਦੀਆਂ ਵਿੱਚ ਉਸ ਪਹਿੇ ਦੇ ਦੋਵੇਂ ਪਾਸੇ ਲੋਕਾਂ ਦੇ ਘੋੜਿਆਂ ਅਤੇ ਘੋੜਸਵਾਰਾਂ ਦੇ ਨਿੱਕੇ ਨਿੱਕੇ ਬੁੱਤ ਬਰਫ਼ ਨਾਲ ਬਣਾ ਦਿੰਦੇ ਸਨ। ਤਸਾਦਾ ਜਾਂ ਖੂਨਜਾਮ ਦੇ ਲੋਕ ਉੱਥੇ ਜਾਂਦੇ, ਉਹਨਾਂ ਬੁੱਤਾਂ ਦੀ ਪ੍ਰਸ਼ੰਸਾ ਕਰਦੇ। ਫੁੱਲਾਂ ਦੇ ਗੁਲਦਸਤੇ ਕਦੇ ਦੇ ਕਮਲਾ ਚੁੱਕੇ ਨੇ ਅਤੇ ਬਰਫ਼ ਦੇ ਨਿੱਕੇ ਨਿੱਕੇ ਬੁੱਤ ਮੁੱਦਤਾਂ ਦੇ ਢਲ ਚੁੱਕੇ ਨੇ, ਪਰ ਦਾਗਿਸਤਾਨ ਦੇ ਫੁੱਲ ਅਤੇ ਪਹਾੜ ਵਾਸੀਆਂ ਦੇ ਚਿੱਤਰ ਪਿਤਾ ਜੀਆਂ ਦੀਆਂ ਕਵਿਤਾਵਾਂ ਵਿੱਚ ਜਿਉਂਦੇ ਨੇ। ਇੱਕ ਵਾਰੀ ਜਦੋਂ ਮੈਂ ਅਜੇ ਛੋਰਾ ਜਿਹਾ ਹੀ ਸਾਂ ਅਤੇ ਪਿਤਾ ਜੀ ਜੇ ਜਿਉਂਦੇ ਸਨ ਤਾਂ ਮੈਨੂੰ ਖੂਨਜਾਮ ਜਾਣ ਦਾ ਮੌਕਾ ਮਿਲਿਆ। ਮੈਂ ਪੱਕੀ ਸੜਕ ਤੋਂ ਲਾਂਭੇ ਚਲਾ ਗਿਆ ਅਤੇ ਆਪਣੇ ਪਿਤਾ ਜੀ ਵਾਲੇ ਬਹੇ ਉੱਤੇ ਪੈਰ ਰੱਖਣ ਵਾਲਾ ਹੀ ਸਾਂ ਕਿ ਇੱਕ ਬਜ਼ੁਰਗ ਦੀ ਨਜ਼ਰ ਮੇਰੇ 'ਤੇ ਪਈ। ਉਸਨੇ ਮੈਨੂੰ ਰੋਕ ਲਿਆ ਅਤੇ ਬੋਲਿਆ, ਆਪਣੇ ਪਿਤਾ ਦੇ ਬਣਾਏ ਪਹਿੇ ਨੂੰ ਛੱਡ ਦੇ, ਆਪਣਾ ਰਸਤਾ ਤੂੰ ਆਪ ਲੱਭ। ਮੈਂ ਉਸਦੀ ਸਲਾਹ ਮੰਨ ਲਈ ਅਤੇ ਕੋਈ ਹੋਰ ਰਾਹ ਲੱਭਣ ਲੱਗ ਪਿਆ। ਮੇਰੇ ਗੀਤਾਂ ਦਾ ਰਾਹ ਬੜਾ ਲੰਮਾ ਅਤੇ ਬੜਾ ਵਿਖੜਾ ਰਿਹਾ ਹੈ, ਪਰ ਮੈਂ ਅਜੇ ਵੀ ਉਸ ਉੱਤੇ ਚੱਲ ਰਿਹਾ ਹਾਂ ਅਤੇ ਖੁਦ ਆਪਣੇ ਗੁਲਦਸਤੇ ਲਈ ਫੁੱਲ ਚੁਗ ਰਿਹਾ ਹਾਂ। ਇਸ ਰਾਹ ਉੱਤੇ ਚੱਲਦਿਆਂ ਮੈਨੂੰ ਇੱਕ ਕਿਤਾਬ ਲਿਖਣ ਦਾ ਫੁਰਨਾ ਫੁਰਿਆ। ਇਹੋ ਜਿਹਾ ਵਿਚਾਰ ਫੁਰਨਾ ਗਰਭ ਠਹਿਰਨ ਦੇ ਕਾਰਜ ਵਾਂਗ ਹੈ। ਬੇਸ਼ੱਕ ਬੱਚਾ ਆਪਣੇ ਵੇਲੇ ਸਿਰ ਤਾਂ ਆ ਜਾਏਗਾ, ਪਰ ਅਣਜੰਮਿਆ ਬੱਚਾ ਔਰਤ ਦੀ ਕੁੱਖ ਵਿਚਲੇ ਭਰੂਣ ਵਾਂਗ ਪੱਕਣਾ ਚਾਹੀਦਾ ਹੈ, ਤਾਂ ਕਿ ਲਹੂ ਪਸੀਨਾ ਇੱਕ ਕਰਕੇ ਅਤੇ ਜੰਮਣ ਪੀੜਾ ਸਹਿ ਕੇ ਉਸਨੂੰ ਜਨਮ ਦਿੱਤਾ ਜਾ ਸਕੇ। ਕੋਈ ਕਿਤਾਬ ਇਸ ਤਰ੍ਹਾਂ ਨਾਲ ਲਿਖੀ ਜਾਂਦੀ ਹੈ, ਬੱਚੇ ਦਾ ਨਾਂ ਉਸਦੇ ਜਨਮ ਤੋਂ ਪਹਿਲਾਂ ਹੀ ਚੁਣਿਆ ਜਾ ਸਕਦਾ ਹੈ। ਆਪਣੀ ਕਿਤਾਬ ਨੂੰ ਮੈਂ ਕੀ ਨਾਂ ਦੇਵਾਂਗਾ? ਕੀ ਮੈਂ ਫੁੱਲਾਂ ਦੇ ਨਾਂ ਉਸਦਾ ਨਾਂ ਰੱਖਾਂ ਜਾਂ ਸਿਤਾਰੇ ਦੇ ਨਾਂ ਉੱਤੇ? ਕੀ ਮੈਂ ਇਹਨਾਂ ਦੂਜੇ ਸਿਆਣਪਾਂ ਵਾਲੇ ਗ੍ਰੰਥਾਂ ਦੇ ਨਾਮਾਂ ਉੱਤੇ ਰੱਖ ਸਕਦਾ ਹਾਂ? ਨਹੀਂ, ਮੈਂ ਦੂਜੇ ਬੰਦੇ ਦੀ ਕਾਠੀ ਆਪਣੇ ਘੋੜੇ 'ਤੇ ਨਹੀਂ ਪਾਵਾਂਗਾ। ਬਾਹਰਲੇ ਸੋਮਿਆਂ ਤੋਂ ਉਧਾਰ ਲਿਆ ਗਿਆ ਨਾਂ ਸਿਰਫ ਉਪਨਾਮ, ਕੋਈ ਅੱਲ ਹੀ ਹੋ ਸਕਦੀ ਹੈ, ਅਸਲੀ ਨਾਂ ਨਹੀਂ ਹੋ ਸਕਦਾ। ਇਹ ਸਭ ਠੀਕ ਹੈ, ਪਰ ਜੇ ਤੁਸੀਂ ਨਾਂ ਲੱਭ ਰਹੇ ਹੋ, ਤੁਸੀਂ ਉਸ ਵਸਤੂ ਨਾਲ ਬੱਝ ਸਕਦੇ ਹੋ
ਜਿਹੜੀ ਵਸਤੂ ਤੁਸੀਂ ਕਿਤਾਬ ਵਿੱਚ ਰੱਖਣਾ ਚਾਹੁੰਦੇ ਹੋ ਅਤੇ ਉਸ ਨਿਸ਼ਾਨੇ ਨਾਲ ਵੀ ਜਿਸ ਮਗਰ ਤੁਸੀਂ ਚੱਲ ਰਹੇ ਹੋ, ਤੁਸੀਂ ਉਹ ਪਪਾਖਾ ਚੁਣਦੇ ਹੋ ਜਿਹੜਾ ਸਿਰ ਉੱਤੇ ਠੀਕ ਬੈਠੇ, ਨਾ ਕਿ ਇਸ ਦੇ ਉਲਟ। ਤਾਰਾਂ ਦੀ ਲੰਬਾਈ ਪੰਡੂਰ ਦੇ ਆਕਾਰ ਤੋਂ ਨਿਸ਼ਚਿਤ ਹੁੰਦੀ ਹੈ। ਮੇਰੀ ਔਲ, ਮੇਰੇ ਪਹਾੜੋ, ਮੇਰੇ ਦਾਗਿਸਤਾਨ, ਤੁਸੀਂ ਮੇਰੇ ਵਿਚਾਰਾਂ, ਮੇਰੇ ਭਾਵਾਂ ਅਤੇ ਮੇਰੀਆਂ ਆਸ਼ਾਵਾਂ ਦਾ ਆਲ੍ਹਣਾ ਹੋ। ਉਸ ਆਲ੍ਹਣੇ ਤੋਂ ਹੀ ਮੈਂ ਹਵਾ ਵਿੱਚ ਜਾ ਉੱਡਿਆ ਸਾਂ। ਜਦੋਂ ਵੀ ਮੈਂ ਉੱਡਣ ਯੋਗ ਹੋਇਆ ਸਾਂ, ਮੇਰੇ ਸਾਰੇ ਗੀਤ ਉਸ ਆਲ੍ਹਣੇ ਤੋਂ ਆਉਂਦੇ ਨੇ। ਦਾਗਿਸਤਾਨ ਮੇਰਾ ਘਰ ਹੈ, ਮੇਰਾ ਪੰਘੂੜਾ ਹੈ। ਤਾਂ ਫਿਰ ਇਹ ਸਾਰੀ ਢੂੰਡ ਕਾਹਦੇ ਲਈ? ਪਹਾੜਾਂ ਵਿੱਚ ਬੇਟੇ ਦਾ ਨਾਮ ਕਰਕੇ ਉਸਦੇ ਬਾਬੇ ਦੇ ਨਾਂ 'ਤੇ ਰੱਖਿਆ ਜਾਂਦਾ ਹੈ। ਇਹ ਕਿਤਾਬ ਮੇਰੇ ਦਿਮਾਗ ਦੀ ਸੰਤਾਨ ਹੋਵੇਗੀ ਅਤੇ ਮੈਂ ਦਾਗਿਸਤਾਨ ਦਾ ਸਪੂਤ ਹਾਂ। ਸੋ ਮੈਂ ਇਸਨੂੰ ਦਾਗਿਸਤਾਨ ਨਾਂ ਦੇਵਾਂਗਾ। ਕੀ ਇਸ ਤੋਂ ਵਧੇਰੇ ਢੁਕਵਾਂ, ਵਧੇਰੇ ਸੋਹਣਾ ਜਾਂ ਵਧੇਰੇ ਠੀਕ ਕੋਈ ਨਾਂ ਹੋ ਸਕਦਾ ਹੈ? ਕੋਈ ਰਾਜਪੂਤ ਇਸ ਦੇਸ਼ ਦੀ ਪ੍ਰਤੀਨਿਧਤਾ ਕਰਦਾ ਹੈ। ਉਸ ਦੀ ਪਛਾਣ ਉਸ ਦੀ ਕਾਰ ਉੱਤੇ ਲੱਗੇ ਝੰਡੇ ਤੋਂ ਹੋ ਸਕਦੀ ਹੈ। ਮੇਰੀ ਕਿਤਾਬ ਮੇਰਾ ਦੇਸ਼ ਹੈ ਅਤੇ ਇਸ ਦਾ ਨਾਂ ਇਸ ਦਾ ਝੰਡਾ ਹੋਵੇਗਾ। ਲੇਖਕ ਨਾਲ ਹੁੰਦਾ ਹੈ ਇਹ ਹੈ ਕਿ ਉਹ ਹਰ ਸਫ਼ੇ ਉੱਤੇ, ਹਰ ਸਤਰ ਉੱਤੇ ਅਤੇ ਹਰ ਲਫ਼ਜ਼ ਲਈ ਵਿਚਾਰ ਉਸ ਨਾਲ ਦਲੀਲਬਾਜ਼ੀ ਕਰਨ ਲੱਗ ਪੈਂਦੇ ਹਨ। ਮੇਰੇ ਵਿਚਾਰ ਵੀ ਇਸ ਕਿਤਾਬ ਦੇ ਨਾਂ ਬਾਰੇ ਮੇਰੇ ਨਾਲ ਦਲੀਲਬਾਜ਼ੀ ਕਰਨ ਲੱਗ ਪਏ ਹਨ। ਜਿਵੇਂ ਕਿਸੇ ਕੌਮਾਂਤਰੀ ਕਾਨਫਰੰਸ ਵਿਚਲੇ ਕਿੰਨੇ ਸਾਰੇ ਮੰਤਰੀਆਂ ਵਾਂਗ ਉਹ ਏਜੰਡੇ ਤੋਂ ਹੀ ਸ਼ੁਰੂ ਕਰਕੇ ਲਫ਼ਜ਼ਾਂ ਦੀ ਜੰਗ ਵਿੱਚ ਜੁੜ ਜਾਂਦੇ ਹਨ। ਇਸ ਤਰ੍ਹਾਂ ਇਹਨਾਂ ਵਿੱਚੋਂ ਇੱਕ ਮੰਤਰੀ ਤਜਵੀਜ਼ ਦਿੰਦਾ ਹੈ ਕਿ ਲਿਖੀ ਜਾਣ ਵਾਲੀ ਕਿਤਾਬ ਦਾ ਇੱਕ ਸ਼ਬਦੀ ਨਾਂ ਹੋਣਾ ਚਾਹੀਦਾ ਹੈ, ਦਾਗਿਸਤਾਨ। ਇੱਕ ਹੋਰ ਮੰਤਰੀ ਇਸ ਵਿਚਾਰ ਉੱਤੇ ਇਤਰਾਜ਼ ਕਰਦਾ ਹੈ। ਆਪਣੇ ਕਾਗਜ਼ ਆਪਣੇ ਸਾਹਮਣੇ ਠੀਕ ਠਾਕ ਕਰਦਿਆਂ ਉਹ ਕਹਿੰਦਾ ਹੈ, ਇਹ ਨਹੀਂ ਚੱਲੇਗਾ, ਇਹ ਬਿਲਕੁਲ ਨਹੀਂ ਚੱਲੇਗਾ। ਤੁਸੀਂ ਕਿਸੇ ਕਿਤਾਬ ਨੂੰ ਸਾਰੇ ਦੇਸ਼ ਦਾ ਨਾਂ ਕਿਵੇਂ ਦੇ ਸਕਦੇ ਹੋ? ਜੇ ਪਿਤਾ ਦਾ ਪਪਾਖਾ ਬੱਚੇ ਦੇ ਸਿਰ ਉੱਤੇ ਰੱਖ ਦਿੱਤਾ ਜਾਏ ਤਾਂ ਸਿਰ ਵਿੱਚ ਬਸ ਲੁਕ ਹੀ ਜਾਏਗਾ। ਇਹ ਕਿਉਂ ਨਹੀਂ ਚੱਲੇਗਾ? ਤਜਵੀਜ਼ ਦੇਣ ਵਾਲਾ ਇਤਰਾਜ਼ ਕਰਦਾ ਹੈ। ਜਦੋਂ ਚੰਨ ਉੱਪਰ ਆਕਾਸ਼ ਵਿੱਚ ਤਰ ਰਿਹਾ ਹੁੰਦਾ ਹੈ ਤਾਂ ਹੇਠਾਂ ਸਮੁੰਦਰ ਜਾਂ ਦਰਿਆ ਦੇ ਪਾਣੀਆਂ ਵਿੱਚ ਉਸਦੀ ਝਲਕ ਦਿਸਦੀ ਹੈ, ਤਾਂ ਅਸੀਂ ਇਸ ਨੂੰ ਵੀ ਚੰਨ ਹੀ ਕਹਿੰਦੇ ਹਾਂ, ਕੋਈ ਹੋਰ ਨਾਂ ਨਹੀਂ ਦਿੰਦੇ। ਇਸ ਪਰਤੋਹ ਲਈ ਕਿਸੇ ਵਿਸ਼ੇਸ਼ ਨਾਂ ਦੀ ਕਾਢ ਕੱਢਣ ਦੀ ਲੋੜ ਹੈ। ਠੀਕ ਹੈ, ਇੱਕ ਕਹਾਣੀ ਵਿੱਚ ਇੱਕ ਲੂੰਬੜੀ ਇੱਕ ਭੇੜੀਏ ਨੂੰ ਯਕੀਨ ਕਰਾ ਦਿੰਦੀ ਹੈ ਕਿ ਚੰਨ ਦਾ ਪਰਤੋਹ ਚਰਬੀ ਦਾ ਟੋਟਾ ਹੈ, ਜਿਸ ਉੱਤੇ ਮੂਰਖ ਭੇੜੀਆ ਉਸ ਚਰਬੀ ਨੂੰ ਕਾਬੂ ਕਰਨ ਲਈ ਦਰਿਆ ਵਿੱਚ ਕੁੱਦ ਪੈਂਦਾ ਹੈ। ਪਰ ਫਿਰ ਲੂੰਬੜੀ ਆਪਣੇ ਕਪਟੀ ਅਤੇ ਮਕਾਰ ਹੋਣ ਕਰਕੇ ਪ੍ਰਸਿੱਧ ਹੈ। ਤਾਂ ਵੀ ਇਹ ਨਹੀਂ ਚੱਲੇਗਾ, ਇਹ ਬਿਲਕੁਲ ਚੰਗਾ ਨਹੀਂ। ਦੂਜਾ ਮੰਤਰੀ ਜਿੱਦ ਕਰਦਾ ਹੈ। ਦਾਗਿਸਤਾਨ ਪਹਿਲੀ ਥਾਂ ਉੱਤੇ ਇੱਕ ਭੂਗੋਲਿਕ ਸੰਕਲਪ ਹੈ, ਜਿਸ ਵਿੱਚ ਪਹਾੜ, ਦਰਿਆ, ਘਾਟੀਆਂ, ਚਸ਼ਮੇ ਅਤੇ ਇੱਥੋਂ ਤੱਕ ਕਿ ਸਮੁੰਦਰ ਵੀ ਆਉਂਦੇ ਹਨ। ਜਦੋਂ ਮੈਂ ਲਫ਼ਜ਼ ਦਾਗਿਸਤਾਨ ਸੁਣਦਾ ਹਾਂ ਤਾਂ ਪਹਿਲੀ ਥਾਂ ਉੱਤੇ ਮੇਰੀਆਂ ਅੱਖਾਂ ਸਾਹਮਣੇ ਇੱਕ ਨਕਸ਼ਾ ਆ ਜਾਂਦਾ ਹੈ। ਉਹ ਨਹੀਂ, ਮੈਂ ਵਿੱਚੋਂ ਟੁਕਦਾ ਹਾਂ। ਮੇਰਾ ਦਿਲ ਦਾਗਿਸਤਾਨ ਨਾਲ ਨੱਕੋ ਨੱਕ ਭਰਿਆ ਹੋਇਆ ਹੈ ਅਤੇ ਮੇਰਾ ਦਿਲ ਯਕੀਨਨ ਕੋਈ ਨਕਸ਼ਾ ਨਹੀਂ। ਮੇਰੇ ਦਾਗਿਸਤਾਨ ਦੀਆਂ ਕੋਈ ਭੂਗੋਲਿਕ ਜਾਂ ਆਮ ਤੌਰ 'ਤੇ ਕੋਈ ਦੂਜੀਆਂ ਸਰਹੱਦਾਂ ਨਹੀਂ। ਨਾ ਹੀ ਮੇਰਾ ਦਾਗਿਸਤਾਨ ਇੱਕ ਸਦੀ ਤੋਂ ਦੂਜੀ ਸਦੀ ਵਿੱਚ ਨਿਰਵਿਘਨ ਜਾਂ ਇਕਸਾਰ ਵਹਿੰਦਾ ਚਲਾ ਜਾਂਦਾ ਹੈ। ਜੇ ਮੈਂ ਇਸ ਨੂੰ ਲਿਖ ਹੀ ਲੈਂਦਾ ਹਾਂ ਤਾਂ ਮੇਰੀ ਕਿਤਾਬ ਦਾਗਿਸਤਾਨ ਦੀ ਗਾਈਡ ਨਹੀਂ ਹੋਵੇਗੀ। ਮੈਂ ਸਦੀਆਂ ਨੂੰ ਇੱਕ ਦੂਜੀ ਨਾਲ ਮਿਲਾ ਦਿਆਂਗਾ ਅਤੇ ਫਿਰ ਇਤਿਹਾਸਕ ਘਟਨਾਵਾਂ ਦਾ ਬਿਲਕੁਲ ਤੱਤ, ਲੋਕਾਂ ਦਾ ਬਿਲਕੁਲ ਤੱਤ ਅਤੇ ਸ਼ਬਦ ਦਾਗਿਸਤਾਨ ਦਾ ਬਿਲਕੁਲ ਤੱਤ ਨਿਚੋੜ ਕੱਢਾਂਗਾ। ਹੋ ਸਕਦਾ ਹੈ ਕਿ ਇੰਝ ਲੱਗੇ ਕਿ ਦਾਗਿਸਤਾਨ ਦਾ ਮਤਲਬ ਸਾਰੇ ਦਾਗਿਸਤਾਨੀਆਂ ਲਈ ਇੱਕੋ ਹੈ, ਤਾਂ ਵੀ ਇਹਨਾਂ ਵਿੱਚੋਂ ਹਰ ਇੱਕ ਨੂੰ ਆਪਣਾ ਹੀ ਦਾਗਿਸਤਾਨ ਦਿਸਦਾ ਹੈ। ਮੇਰਾ ਵੀ ਇੱਕ ਆਪਣਾ ਦਾਗਿਸਤਾਨ ਹੈ, ਇੱਕੋ ਇੱਕ, ਜਿਹੜਾ ਮੈਂ ਦੇਖ ਸਕਦਾ ਅਤੇ ਜਾਣ ਸਕਦਾ ਹਾਂ। ਉਸਦਾ ਤਾਣਾ ਅਤੇ ਉਸਦਾ ਪੇਟਾ ਉਸ ਸਭ ਕਾਸੇ ਤੋਂ ਉਣਿਆ ਗਿਆ ਹੈ
ਜੋ ਕੁਝ ਮੈਂ ਤੇ ਸਾਰੇ ਪਿਛਲੇ ਤੇ ਹੁਣ ਦੇ ਦਾਗਿਸਤਾਨੀਆਂ ਨੇ ਭੋਗਿਆ। ਉਸ ਦੇ ਗੀਤਾਂ ਤੇ ਦਰਿਆਵਾਂ ਤੋਂ, ਉਸ ਦੀਆਂ ਅਖੌਤਾਂ ਤੇ ਉਸ ਦੀਆਂ ਚਟਾਨਾਂ ਤੋਂ, ਉਸ ਦੇ ਅਕਾਬਾਂ ਤੇ ਉਸ ਦੇ ਘੋੜਿਆਂ ਦੀਆਂ ਖੁਰੀਆਂ ਤੋਂ ਉਣਿਆ ਗਿਆ ਹੈ। ਆਪਣੀ ਨੋਟਬੁੱਕ 'ਚੋਂ। ਕਿਸਲੋਵੋਦਸਕ ਸਿਹਤ ਸਥਾਨ ਵਿਖੇ ਮੇਰਾ ਕਮਰਾ ਉਜ਼ਬੇਕਿਸਤਾਨ ਤੋਂ ਆਏ ਇੱਕ ਆਦਮੀ ਨਾਲ ਸਾਂਝਾ ਹੈ। ਪਾਵ-ਫਟਾਲੇ ਤੇ ਸੰਧਿਆ ਵੇਲੇ ਅਸੀਂ ਬਾਰੀ ਵਿੱਚੋਂ ਪਹਾੜ ਅਲਬਰੂਸ ਦੀਆਂ ਜੌੜੀਆਂ ਚੋਟੀਆਂ ਦੇਖ ਸਕਦੇ ਹਾਂ। ਮੈਨੂੰ ਖਿਆਲ ਆਉਂਦਾ ਹੈ ਕਿ ਦੋ ਚੋਟੀਆਂ ਤੋਂ ਦੋ ਦੋਸਤਾਂ ਦੇ ਮੁੰਨੇ ਹੋਏ ਤੇ ਜੰਗ ਦੇ ਫੱਟਾਂ ਵਾਲੇ ਸਿਰਾਂ ਨਾਲ ਬਹੁਤ ਰਲਦੀਆਂ ਮਿਲਦੀਆਂ ਹਨ। ਜਿਹੜੇ ਦੋਸਤ ਸ਼ਾਮਿਲ ਤੇ ਨਿਧੜਕ ਮੁਰੀਦ ਸਨ। ਅਚਨਚੇਤ ਮੇਰਾ ਗੁਆਂਢੀ ਟਿੱਪਣੀ ਕਰਦਾ ਹੈ, ਦੋ ਚੋਟੀਆਂ ਮੈਨੂੰ ਬੁਖਾਰੇ ਧੁਆਏ ਧੌਲੇ ਸਿਰ ਵਾਲੇ ਬਜ਼ੁਰਗ ਦੀ ਯਾਦ ਦਿਵਾਉਂਦੀਆਂ ਨੇ, ਜਿਹੜਾ ਪੁਲਾਓ ਦੀਆਂ ਦੋ ਥਾਲੀਆਂ ਲੈ ਕੇ ਜਾ ਰਿਹਾ ਹੋਵੇ ਤੇ ਆਪਣੇ ਸਾਹਮਣੇ ਦੀ ਵਾਦੀ ਦੇ ਪ੍ਰਭਾਵ ਦੇ ਦ੍ਰਿਸ਼ ਤੋਂ ਮੁਗਧ ਹੋਇਆ ਰਸਤੇ ਵਿੱਚ ਹੀ ਰੁਕ ਗਿਆ ਹੋਵੇ। ਆਪਣੀ ਨੋਟਬੁੱਕ ਵਿੱਚੋਂ। ਜਦੋਂ ਮੈਂ ਕਲਕੱਤੇ ਸਾਂ ਤਾਂ ਮੈਂ ਰਵਿੰਦਰਨਾਥ ਟੈਗੋਰ ਦਾ ਘਰ ਦੇਖਣ ਗਿਆ, ਜਿੱਥੇ ਮੈਂ ਇੱਕ ਪੰਛੀ ਦਾ ਚਿੱਤਰ ਦੇਖਿਆ ਜਿਹੜਾ ਦੁਨੀਆ ਵਿੱਚ ਕਿਤੇ ਵੀ ਕਦੀ ਵੀ ਨਹੀਂ ਸੀ ਪਾਇਆ ਜਾਂਦਾ। ਇਹ ਟੈਗੋਰ ਦੀ ਆਤਮਾ ਵਿੱਚ ਉਸ ਦੀ ਕਲਪਨਾ ਦੇ ਫਲ ਵਜੋਂ ਜਨਮਿਆ ਤੇ ਜੀਵਿਆ ਸੀ। ਬੇਸ਼ੱਕ ਜੇ ਉਸ ਨੂੰ ਸੱਚਮੁੱਚ ਮੌਜੂਦ ਪੰਛੀਆਂ ਦਾ ਗਿਆਨ ਨਾ ਹੁੰਦਾ ਤਾਂ ਉਹ ਕਦੀ ਵੀ ਆਪਣੇ ਕਾਲਪਨਿਕ ਪੰਛੀ ਦਾ ਚਿੱਤਰ ਨਾ ਪੈਦਾ ਕਰ ਸਕਦਾ। ਮੇਰੇ ਕੋਲ ਵੀ ਇਹੋ ਜਿਹਾ ਅਦਭੁਤ ਪੰਛੀ ਹੈ, ਮੇਰਾ ਦਾਗਿਸਤਾਨ। ਇਸੇ ਕਰਕੇ ਜੇ ਵਧੇਰੇ ਠੀਕ ਕਹਿਣਾ ਹੋਵੇ ਤਾਂ ਮੇਰੀ ਕਿਤਾਬ ਦਾ ਨਾਂ ਮੇਰਾ ਦਾਗਿਸਤਾਨ ਹੋਣਾ ਚਾਹੀਦਾ ਹੈ। ਇਸ ਲਈ ਨਹੀਂ ਕਿ ਮੇਰੀ ਮਲਕੀਅਤ ਹੈ, ਸਗੋਂ ਇਸ ਲਈ ਕਿ ਦਾਗਿਸਤਾਨ ਬਾਰੇ ਮੇਰਾ ਸੰਕਲਪ ਦੂਜੇ ਦੇ ਲੋਕਾਂ ਦੇ ਸੰਕਲਪ ਨਾਲੋਂ ਵੱਖਰਾ ਹੈ। ਤੇ ਇਸ ਲਈ ਮਾਮਲਾ ਤੈਅ ਹੋਇਆ। ਮੇਰੀ ਕਿਤਾਬ ਦੀ ਜਿਲਦ ਉੱਤੇ ਲਿਖਿਆ ਹੋਵੇਗਾ ਮੇਰਾ ਦਾਗਿਸਤਾਨ। ਮੰਤਰੀਆਂ ਦੀ ਕਾਨਫਰੰਸ ਵਿੱਚ ਘੜੀ ਪਲ ਲਈ ਚੁੱਪ ਛਾ ਜਾਂਦੀ ਹੈ ਤੇ ਕੋਈ ਹੋਰ ਇਤਰਾਜ਼ ਨਹੀਂ ਹੁੰਦੇ। ਇੱਕਦਮ ਇੱਕ ਮੰਤਰੀ ਉੱਠਦਾ ਹੈ ਤੇ ਮੰਚ 'ਤੇ ਚੜ੍ਹ ਜਾਂਦਾ ਹੈ, ਮੇਰਾ ਦਾਗਿਸਤਾਨ, ਮੇਰੇ ਪਹਾੜ, ਮੇਰੇ ਦਰਿਆ। ਹਾਂ, ਇਹ ਸ਼ਾਇਦ ਇੰਨਾ ਮਾੜਾ ਨਾ ਹੋਵੇ, ਪਰ ਜਦੋਂ ਤੁਸੀਂ ਜਵਾਨ ਹੁੰਦੇ ਹੋ, ਵਿਦਿਆਰਥੀ ਉਮਰੇ, ਸਿਰਫ ਉਦੋਂ ਹੀ ਤੁਹਾਨੂੰ ਹੋਸਟਲ ਵਿੱਚ ਰਹਿਣ ਦਾ ਮਜ਼ਾ ਆਉਂਦਾ ਹੈ। ਮਗਰੋਂ ਆਦਮੀ ਆਪਣਾ ਕਮਰਾ, ਸਗੋਂ ਆਪਣਾ ਘਰ ਵੱਖਰਾ ਲੈਣਾ ਚਾਹੁੰਦਾ ਹੈ। ਸਿਰਫ ਇਹ ਕਹਿਣਾ ਕਾਫੀ ਨਹੀਂ, ਮੇਰਾ ਚੁੱਲ੍ਹਾ। ਇਸ ਚੁੱਲ੍ਹੇ ਵਿੱਚ ਅੱਗ ਵੀ ਬਲਣੀ ਹੋਣੀ ਚਾਹੀਦੀ ਹੈ। ਨਾ ਹੀ ਇਹ ਕਹਿਣਾ ਕਾਫੀ ਹੈ, ਮੇਰਾ ਪੰਘੂੜਾ। ਇਸ ਪੰਘੂੜੇ ਵਿੱਚ ਕੋਈ ਬੱਚਾ ਵੀ ਪਿਆ ਹੋਣਾ ਚਾਹੀਦਾ ਹੈ। ਤਾਂ ਫਿਰ ਮੇਰਾ ਦਾਗਿਸਤਾਨ ਕਹਿਣਾ ਹੀ ਕਾਫੀ ਨਹੀਂ, ਇਹਨਾਂ ਲਫ਼ਜ਼ਾਂ ਪਿੱਛੇ ਕੋਈ ਵਿਚਾਰ ਹੋਣਾ ਚਾਹੀਦਾ ਹੈ। ਦਾਗਿਸਤਾਨ ਦੀ ਹੋਣੀ, ਦਾਗਿਸਤਾਨ ਜਿਵੇਂ ਕਿ ਇਹ ਅੱਜ ਹੈ। ਤੁਸੀਂ ਸਾਰਿਆਂ ਨੇ ਸਾਡੇ ਕੌਮੀ ਕਵੀ ਸੁਲੇਮਾਨ ਸਤਾਲਸਕੀ ਦੀ ਸਿਆਣਪ ਬਾਰੇ ਸੁਣਿਆ ਹੋਇਆ ਹੈ। ਉਹ ਸਮਝਦਾ ਸੀ ਜੋ ਕੁਝ ਮੈਂ ਹੁਣ ਕਹਿਣ ਲੱਗਾ ਹਾਂ। ਉਸਨੇ ਇਹ ਕਿਹਾ ਸੀ ਕਿ ਮੈਂ ਲੇਜ਼ਗੀਨ ਜਾਂ ਦਾਗਿਸਤਾਨੀ ਜਾਂ ਕਾਕੇਸ਼ੀਆਈ ਕਵੀ ਨਹੀਂ ਹਾਂ, ਮੈਂ ਸੋਵੀਅਤ ਕਵੀ ਹਾਂ ਤੇ ਇਸ ਸਾਰੀ ਵਿਸ਼ਾਲ ਭੂਮੀ ਦਾ ਮਾਲਕ। ਇਹ ਕਿਹਾ ਸੀ ਇਸ ਧੌਲੇ ਸਿਰ ਵਾਲੇ ਸਿੱਧ ਪੁਰਸ਼ ਨੇ। ਤੇ ਤੂੰ ਇੱਕੋ ਰਾਗ ਮੁੜ ਮੁੜ ਕੇ ਉਲਾਪੀ ਜਾਂਦਾ ਹੈ, ਮੇਰੀ ਔਲ, ਮੇਰੇ ਪਹਾੜ, ਮੇਰਾ ਦਾਗਿਸਤਾਨ। ਕਿਸੇ ਨੂੰ ਇੰਝ ਲੱਗ ਸਕਦਾ ਹੈ ਕਿ ਜਿਵੇਂ ਤੇਰੇ ਲਈ ਸਾਰੀ ਦੁਨੀਆ ਦਾਗਿਸਤਾਨ ਨਾਲ ਸ਼ੁਰੂ ਹੁੰਦੀ ਤੇ ਉੱਥੇ ਹੀ ਜਾ ਮੁੱਕਦੀ ਹੈ। ਕੀ ਕੈਮਰਿਲ ਨਹੀਂ, ਜਿੱਥੋਂ ਸਾਰੀ ਦੁਨੀਆ ਦਾ ਆਰੰਭ ਹੁੰਦਾ ਹੈ? ਇਹ ਗੱਲ ਹੈ ਜਿਹੜੀ ਮੈਨੂੰ ਤੇਰੇ ਸਿਰਲੇਖ ਵਿੱਚ ਨਹੀਂ ਦਿਸਦੀ। ਤੂੰ ਸੀਨਾ ਤਾਂ ਬਣਾ ਲਿਆ ਹੈ, ਪਰ ਉਸ ਦੇ ਅੰਦਰ ਇੱਕ ਧੜਕਦਾ ਦਿਲ ਰੱਖਣਾ ਭੁੱਲ ਗਿਆ ਹੈ। ਤੂੰ ਦੋ ਅੱਖਾਂ ਬਣਾ ਦਿੱਤੀਆਂ ਨੇ, ਪਰ ਉਹਨਾਂ ਨੂੰ ਚਿੰਤਨ ਦੀ ਚਮਕ ਬਖਸ਼ਣਾ ਭੁੱਲ ਗਿਆ ਹੈ। ਨਿਰਜਿੰਦ ਅੱਖਾਂ ਦੋ ਅੰਗੂਰਾਂ ਵਰਗੀਆਂ ਲੱਗਦੀਆਂ ਨੇ ਤੇ ਬਸ। ਇਹ ਪ੍ਰਭਾਵਸ਼ਾਲੀ ਉਪਮਾ ਦੇਣ ਤੋਂ ਪਿੱਛੋਂ ਤੀਜਾ ਮੰਤਰੀ ਸਵੈ ਮਹੱਤਤਾ ਵਾਲੇ ਅੰਦਾਜ਼ ਨਾਲ ਮੰਚ ਤੋਂ ਹੇਠਾਂ ਉਤਰ ਆਉਂਦਾ ਹੈ ਤੇ ਆਪਣੀ ਥਾਂ ਉੱਤੇ ਆ ਬੈਠਦਾ ਹੈ। ਉਸ ਦੀ ਕੱਛ ਵਿੱਚ ਮੋਟੀਆਂ-ਮੋਟੀਆਂ ਤੇ ਬੜੀਆਂ ਗੰਭੀਰ ਸੈਂਚੀਆਂ ਵਿੱਚੋਂ ਟੁੱਕਾਂ ਵਾਲੇ ਕਾਗਜ਼ਾਂ ਦਾ ਥੱਬਾ ਹੈ।
ਉਸਦੀ ਨਜ਼ਰ ਕਹਿੰਦੀ ਲੱਗਦੀ ਹੈ ਕਿ ਕੋਈ ਗੱਲ ਨਹੀਂ ਰਹਿ ਗਈ ਜਿਹੜੀ ਦੂਜੇ ਮੇਰੀ ਗੱਲ ਨਾਲ ਰਲਾ ਸਕਣ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਵਿੱਚ ਕੁਝ ਨਹੀਂ ਜਮ੍ਹਾਂ ਕੀਤਾ ਜਾ ਸਕਦਾ। ਇਸ ਨੁਕਤੇ ਉੱਤੇ ਆ ਕੇ ਕਾਨਫਰੰਸ ਦਾ ਇੱਕ ਹੋਰ ਮੈਂਬਰ ਮੰਚ ਉੱਪਰ ਆਉਂਦਾ ਹੈ, ਚੁਸਤ ਤੇ ਖੁਸ਼ ਮਿਜਾਜ ਆਦਮੀ ਜਿਹੜਾ ਦੂਜਿਆਂ ਨਾਲੋਂ ਕੁਝ ਵਧੇਰੇ ਨੌਜਵਾਨ ਲੱਗਦਾ ਹੈ। ਉਸਦਾ ਭਾਸ਼ਣ ਦੂਜਿਆਂ ਨਾਲੋਂ ਇਸ ਗੱਲੋਂ ਵੱਖਰਾ ਹੈ ਕਿ ਕਵਿਤਾ ਵਿੱਚ ਹੈ। ਬੈਠੇ ਜਨ ਦੀ ਕੋਈ ਨਾ ਦੱਸ ਸਕੇ ਚਾਲ ਸੁਚਾਲ, ਸੁੱਤੇ ਤੋਂ ਕੀ ਜਾਣੀਏ ਕਿ ਉਹ ਨੇਤਰਹੀਣ, ਖਾਂਦਿਆਂ ਦੇਖ ਕਿਸੇ ਦੀ ਹਿੰਮਤ ਦੱਸਣੀ ਬੜੀ ਮੁਹਾਲ, ਚੁੱਪ ਕਦੀ ਨਾ ਦੱਸਦੀ ਕੋਈ ਸਾਫ਼ ਦਿਲੇ ਜਾਂ ਮਲੀਨ। ਹੁਣ ਜੋ ਮੈਂ ਕਹਿਣਾ ਚਾਹੁੰਦਾ ਉਹ ਇਹ ਹੈ, ਉਹ ਗੱਲ ਤੋਰਦਾ ਹੈ। ਬੜੀ ਚੰਗੀ ਗੱਲ ਹੈ ਜਦੋਂ ਕੋਈ ਵਿਚਾਰ ਮੌਜੂਦ ਹੋਵੇ, ਖਾਸ ਕਰਕੇ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਦੇ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਨੇ ਦੱਸਿਆ ਹੈ। ਪਰ ਕਦੀ ਕਦੀ ਇੰਝ ਵਾਪਰਦਾ ਹੈ ਕਿ ਲੋਕਾਂ ਕੋਲ ਹੋ ਸਕਦਾ ਹੈ ਨਾ ਸਿਰਫ ਕਿੰਨੇ ਸਾਰੇ ਵਿਚਾਰ ਹੀ ਹੋਣ, ਸਗੋਂ ਬਹੁਤ ਜ਼ਿਆਦਾ ਵਿਚਾਰਧਾਰਾ ਵੀ ਹੋਵੇ ਜਿਹੜੀ ਕਿ ਹਥਲੇ ਵਿਚਾਰ ਲਈ ਹਾਨੀਕਾਰਕ ਹੋ ਸਕਦੀ ਹੈ। ਕਿਤਾਬ ਦਾ ਨਾਂ ਪਾਪਾ ਅੱਖਾਂ ਵਾਂਗ ਲੱਗਦਾ ਹੈ। ਜਿਹੜੀ ਚੀਜ਼ ਜ਼ਿਆਦਾ ਮਹੱਤਵਪੂਰਨ ਹੈ, ਪਾਪਾ ਅੱਖਾਂ ਜਾਂ ਇਸ ਹੇਠਲਾ ਸਿਰ। ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਚਾਹੁੰਦਾ ਹਾਂ ਕਿ 3 ਸ਼ਿਕਾਰੀਆਂ ਨੇ ਭੇੜੀਏ ਨੂੰ ਕਿਵੇਂ ਫੜਿਆ। ਕੀ ਸ਼ਿਕਾਰੀ ਦੇ ਮੋਢਿਆਂ ਉੱਤੇ ਸੱਚਮੁੱਚ ਸਿਰ ਹੈ ਸੀ? 3 ਸ਼ਿਕਾਰੀਆਂ ਨੂੰ ਪਤਾ ਲੱਗਾ ਕਿ ਇੱਕ ਭੇੜੀਆ ਉਹਨਾਂ ਦੇ ਪਿੰਡ ਦੇ ਨੇੜੇ ਹੇਠਾਂ ਖੱਡ ਵਿੱਚ ਰਹਿ ਰਿਹਾ ਹੈ। ਉਹਨਾਂ ਨੇ ਉਸ ਨੂੰ ਫੜਨ ਤੇ ਮਾਰਨ ਦਾ ਫੈਸਲਾ ਕੀਤਾ। ਉਹਨਾਂ ਨੇ ਇਹ ਕੰਮ ਕਿਵੇਂ ਕੀਤਾ, ਇਸ ਬਾਰੇ ਲੋਕਾਂ ਵਿੱਚ ਕਈ ਕਹਾਣੀਆਂ ਪ੍ਰਚਲਿਤ ਨੇ। ਇੱਕ ਇਸ ਪ੍ਰਕਾਰ ਹੈ ਜਿਹੜੀ ਮੈਂ ਬਚਪਨ ਵਿੱਚ ਸੁਣੀ ਸੀ। ਸ਼ਿਕਾਰੀਆਂ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਭੇੜੀਏ ਨੇ ਇੱਕ ਗੁਫਾ ਵਿੱਚ ਸ਼ਰਨ ਲੈ ਲਈ। ਇਸ ਦੇ ਅੰਦਰ ਜਾਣ ਲਈ ਸਿਰਫ ਇੱਕ ਰਾਹ ਸੀ, ਜਿਹੜਾ ਬੜਾ ਤੰਗ ਸੀ। ਸਿਰਫ ਆਦਮੀ ਦਾ ਸਿਰ ਹੀ ਅੰਦਰ ਜਾ ਸਕਦਾ ਸੀ, ਜ਼ਿਆਦਾ ਨਹੀਂ। ਸ਼ਿਕਾਰੀਆਂ ਨੇ ਚੱਟਾਨ ਦੇ ਪਿੱਛੇ ਪੋਜੀਸ਼ਨਾਂ ਲੈ ਲਈਆਂ, ਬੰਦੂਕਾਂ ਗੁਫਾ ਦੇ ਮੂੰਹ ਵੱਲ ਸੇਧ ਲਈਆਂ ਤੇ ਭੇੜੀਏ ਦੇ ਬਾਹਰ ਨਿਕਲਣ ਦੀ ਉਡੀਕ ਕਰਨ ਲੱਗੇ। ਪਰ ਭੇੜੀਆ ਕੋਈ ਮੂਰਖ ਨਹੀਂ ਸੀ ਤੇ ਆਪਣੀ ਸ਼ਰਨ ਵਾਲੀ ਥਾਂ ਆਰਾਮ ਨਾਲ ਪਿਆ ਰਿਹਾ। ਇਸ ਲੜਾਈ ਵਿੱਚ ਉਸੇ ਧਿਰ ਨੇ ਹਾਰਨਾ ਸੀ ਜਿਸ ਦਾ ਸਬਰ ਪਹਿਲਾਂ ਖਤਮ ਹੋ ਜਾਂਦਾ। ਇੱਕ ਸ਼ਿਕਾਰੀ ਉਡੀਕ ਕੇ ਅੱਕ ਗਿਆ ਤੇ ਉਸਨੇ ਗੁਫਾ ਦੇ ਅੰਦਰ ਘੁਸੜਨ ਦਾ ਤੇ ਭੇੜੀਏ ਨੂੰ ਡਰਾਉਣ ਦਾ ਫੈਸਲਾ ਕੀਤਾ। ਉਹ ਗੁਫਾ ਦੇ ਮਘੋਰੇ ਕੋਲ ਗਿਆ ਤੇ ਆਪਣਾ ਸਿਰ ਅੰਦਰ ਤੁੰਨ ਦਿੱਤਾ। ਕਿੰਨਾ ਚਿਰ ਉਸਦੇ ਸਾਥੀ ਉਸ ਨੂੰ ਦੇਖਦੇ ਰਹੇ, ਪਰ ਉਹਨਾਂ ਨੂੰ ਸਮਝ ਨਾ ਆਵੇ ਕਿ ਕਿਉਂ ਉਹ ਅੰਦਰ ਜਾਣ ਦੀ ਜਾਂ ਘੱਟੋ ਘੱਟ ਆਪਣਾ ਸਿਰ ਬਾਹਰ ਕੱਢਣ ਦੀ ਕੋਈ ਕੋਸ਼ਿਸ਼ ਨਹੀਂ ਸੀ ਕਰ ਰਿਹਾ। ਜਦੋਂ ਆਖਰ ਉਹ ਉਡੀਕ ਕੇ ਥੱਕ ਗਏ ਤਾਂ ਉਸ ਨੂੰ ਖਿੱਚ ਕੇ ਬਾਹਰ ਕੱਢਿਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਸਦਾ ਸਿਰ ਹੀ ਨਹੀਂ। ਉਹਨਾਂ ਨੇ ਇੱਕ ਦੂਜੇ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਸਦੇ ਮੋਢਿਆਂ ਉੱਤੇ ਸਿਰ ਹੈ ਸੀ ਜਦੋਂ ਉਸਨੇ ਗੁਫਾ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਵਿੱਚੋਂ ਇੱਕ ਨੇ ਕਿਹਾ ਕਿ ਲੱਗਦਾ ਤਾਂ ਸੀ ਕਿ ਉਸਦਾ ਸਿਰ ਹੈ, ਪਰ ਦੂਜੇ ਨੂੰ ਯਕੀਨ ਸੀ ਕਿ ਸਿਰ ਹੋ ਹੀ ਨਹੀਂ ਸੀ ਸਕਦਾ। ਸਿਰ ਤੋਂ ਬਿਨਾਂ ਸਰੀਰ ਔਲ ਵਿੱਚ ਲਿਆਂਦਾ ਗਿਆ ਤੇ ਵਾਸੀਆਂ ਨੂੰ ਪਤਾ ਲੱਗਾ ਕਿ ਕੀ ਵਾਪਰ ਗਿਆ ਸੀ। ਇੱਕ ਬਜ਼ੁਰਗ ਬੋਲਿਆ ਕਿ ਜਿਸ ਤਰ੍ਹਾਂ ਸ਼ਿਕਾਰੀ ਨੇ ਭੇੜੀਏ ਨੂੰ ਕਾਬੂ ਕਰਨ ਲਈ ਘੁਸੜ ਕੇ ਗੁਫਾ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਸੀ, ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸਦੇ ਮੋਢਿਆਂ ਉੱਪਰ ਮੁੱਦਤਾਂ ਤੋਂ, ਸ਼ਾਇਦ ਉਸਦੇ ਜਨਮ ਤੋਂ ਹੀ ਕੋਈ ਸਿਰ ਨਹੀਂ ਸੀ। ਮਾਮਲਾ ਉਸਦੀ ਵਿਧਵਾ ਕੋਲ ਲਿਆਂਦਾ ਗਿਆ ਤਾਂ ਉਹ ਇਸ ਸਵਾਲ ਦਾ ਜਵਾਬ ਦੇਵੇ, ਮੈਨੂੰ ਕੀ ਪਤਾ ਮੇਰੇ ਘਰ ਵਾਲੇ ਦਾ ਸਿਰ ਹੈ ਸੀ ਜਾਂ ਨਹੀਂ। ਮੈਨੂੰ ਤਾਂ ਇੰਨਾ ਯਾਦ ਹੈ ਕਿ ਉਹ ਹਰ ਸਾਲ ਆਪਣੇ ਲਈ ਨਵਾਂ ਪਾਪਾ ਅੱਖਾਂ ਖਰੀਦਦਾ ਹੁੰਦਾ ਸੀ। ਵਿਚਾਰ ਕਰਨੀ ਵਿੱਚ ਪ੍ਰਗਟ ਹੋਣਾ ਚਾਹੀਦਾ ਹੈ, ਕਥਨੀ ਵਿੱਚ ਨਹੀਂ। ਇਹ ਖੁਦ ਕਿਤਾਬ ਵਿੱਚ ਮਿਲਿਆ ਹੋਣਾ ਚਾਹੀਦਾ ਹੈ। ਉਸ ਨੂੰ ਕਿਤਾਬ ਦੀ ਜਿਲਦ ਤੋਂ ਹੀ ਪਾਟੀ ਹੋਈ ਆਵਾਜ਼ ਵਿੱਚ ਨਹੀਂ ਚਲਾਉਣਾ ਚਾਹੀਦਾ। ਜਿਹੜਾ ਲਫ਼ਜ਼ ਤਕਰੀਰ ਦੇ ਅਖੀਰ ਉੱਤੇ ਬੋਲਿਆ ਜਾ ਸਕਦਾ ਹੈ,
ਉਹ ਆਰੰਭ ਵਿੱਚ ਨਹੀਂ ਬੋਲਿਆ ਜਾਣਾ ਚਾਹੀਦਾ। ਨਵ ਜਨਮੇ ਬਾਲ ਦੇ ਚੰਗੇ ਜੀਵਨ ਨੂੰ ਯਕੀਨੀ ਬਣਾਉਣ ਲਈ ਅਤੇ ਬਿਮਾਰੀ, ਦੁੱਖ ਅਤੇ ਪੀੜਾ ਨੂੰ ਦੂਰ ਰੱਖਣ ਲਈ ਉਸ ਦੇ ਗਲ ਵਿੱਚ ਅਕਸਰ ਤਵੀਤ ਪਾ ਦਿੱਤਾ ਜਾਂਦਾ ਹੈ। ਆਓ ਹੁਣ ਇਸ ਬਾਰੇ ਦਿਮਾਗ ਨਾਲ ਲੜਾਈਏ ਕਿ ਤਵੀਤ ਇਹ ਸਾਰਾ ਕੁਝ ਸੱਚਮੁੱਚ ਕਰਦਾ ਹੈ ਜਾਂ ਨਹੀਂ। ਪਰ ਸਾਨੂੰ ਸਭ ਨੂੰ ਪਤਾ ਹੈ ਇਹ ਨਜ਼ਰੋਂ ਓਹਲੇ ਪਹਿਨਿਆ ਜਾਂਦਾ ਹੈ ਸਰੀਰ ਦੇ ਨਾਲ ਅਤੇ ਦਿਖਾਇਆ ਨਹੀਂ ਜਾਂਦਾ। ਹਰ ਕਿਤਾਬ ਵਿੱਚ ਕੋਈ ਇਸ ਤਰ੍ਹਾਂ ਦਾ ਤਵੀਤ ਹੋਣਾ ਚਾਹੀਦਾ ਹੈ ਕਿਤੇ ਨਜ਼ਰ ਤੋਂ ਪਰੇ, ਪਾਠਕ ਦੇ ਅੰਦਾਜ਼ਾ ਲਾਉਣ ਲਈ ਕਿ ਇਹ ਕੀ ਹੈ। ਜਾਂ ਜਦੋਂ ਉਰਬੇਚ ਬਣਾਈ ਜਾਂਦੀ ਹੈ ਤਾਂ ਉਸ ਵਿੱਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਦਿੱਤਾ ਜਾਂਦਾ ਹੈ। ਸ਼ਹਿਦ ਮਿੱਠੀ ਅਤੇ ਖੁਸ਼ਬੂਦਾਰ ਸ਼ਰਾਬ ਵਿੱਚ ਘੁਲ ਜਾਂਦਾ ਹੈ, ਪਰ ਤੁਸੀਂ ਨਾ ਇਸ ਨੂੰ ਦੇਖ ਸਕਦੇ ਹੋ ਨਾ ਮਹਿਸੂਸ ਕਰ ਸਕਦੇ ਹੋ। ਜਾਂ ਬੰਬਈ ਸ਼ਹਿਰ ਵਿੱਚ ਇੱਕ ਬਾਗ ਹੈ ਜਿਹੜਾ ਦੇਖਣ ਨੂੰ ਹਮੇਸ਼ਾ ਹੀ ਹਰਿਆ ਭਰਿਆ ਲੱਗਦਾ ਹੈ। ਇਹ ਆਪਣੇ ਆਸ-ਪਾਸ ਦੀ ਲੂ ਦੇਣ ਵਾਲੀ ਗਰਮੀ ਦੇ ਬਾਵਜੂਦ ਕਦੀ ਨਹੀਂ ਸੁੱਕਦਾ ਜਾਂ ਕੁਮਲਾਉਂਦਾ। ਉਹ ਇਸ ਲਈ ਕਿਉਂਕਿ ਇਸ ਦੇ ਹੇਠਾਂ ਧਰਤੀ ਵਿੱਚ ਇੱਕ ਛੱਪੜ ਹੈ, ਨਜ਼ਰਾਂ ਤੋਂ ਲੁਕਿਆ ਹੋਇਆ, ਜਿਹੜਾ ਦਰੱਖਤਾਂ ਨੂੰ ਠੰਡਾ ਅਤੇ ਜੀਵਨ ਦਾਤਾ ਪਾਣੀ ਦਿੰਦਾ ਰਹਿੰਦਾ ਹੈ। ਕੋਈ ਵਿਚਾਰ ਉਸ ਪ੍ਰਕਾਰ ਦਾ ਪਾਣੀ ਨਹੀਂ ਹੁੰਦਾ ਜਿਹੜਾ ਚਟਾਨਾਂ ਦੇ ਵਿੱਚੋਂ ਦੀ ਦੁੜੰਗੇ ਲਾਉਂਦਾ ਫੁਹਾਰਾਂ ਦਾ ਬੱਦਲ ਛੰਡਦਾ ਹੋਇਆ ਹੇਠਾਂ ਆਉਂਦਾ ਹੈ। ਸਗੋਂ ਐਸਾ ਪਾਣੀ ਹੁੰਦਾ ਹੈ ਜਿਹੜਾ ਅੱਖਾਂ ਤੋਂ ਓਹਲੇ ਤਪੀ ਹੋਈ ਧਰਤੀ ਨੂੰ ਨਮੀ ਪਹੁੰਚਾਉਂਦਾ ਅਤੇ ਬੂਟਿਆਂ ਅਤੇ ਦਰੱਖਤਾਂ ਦੀਆਂ ਜੜ੍ਹਾਂ ਨੂੰ ਪਾਲਦਾ ਹੈ। ਇਹ ਸਭ ਕੁਝ ਕਹਿਣ ਤੋਂ ਤੁਹਾਡਾ ਕੀ ਮਤਲਬ ਹੈ? ਕਿਤਾਬਾਂ ਵਿਚਕਾਰ ਅਤੇ ਦੂਜੇ ਹਵਾਲਾ ਸੋਮਿਆਂ ਵਿਚਕਾਰ ਘਿਰਿਆ ਬੈਠਾ ਮੰਤਰੀ ਮੇਜ਼ ਨੂੰ ਆਪਣੀ ਮੁੱਕੇ ਨਾਲ ਕੁੱਟਦਾ ਹੋਇਆ ਕੂਕ ਉੱਠਿਆ। ਕੀ ਇਸ ਵਿੱਚ ਕੋਈ ਫਰਕ ਨਹੀਂ ਕਿ ਪਾਪਾਖਾਂ ਨੂੰ ਕੀ ਸਜਾ ਰਿਹਾ ਹੈ? ਚਿੱਟੀ ਪਗੜੀ ਜਾਂ ਲਾਲ ਰਿਬਨ ਜਾਂ 5 ਗੁਣਾ ਸਿਤਾਰਾ? ਕੀ ਇਸ ਵਿੱਚ ਕੋਈ ਫਰਕ ਨਹੀਂ ਕਿ ਆਦਮੀ ਨੇ ਆਪਣੀ ਛਾਤੀ ਉੱਤੇ ਕੀ ਲਾਇਆ ਹੋਇਆ, ਲਾਲ ਆਰਡਰ ਜਾਂ ਕਾਲਾ ਕਰਾਸ? ਸੋ ਤੁਹਾਡਾ ਖਿਆਲ ਇਹ ਹੈ ਕਿ ਸਭ ਤੋਂ ਮਹੱਤਵਪੂਰਨ ਚੀਜ਼ ਕੁਦਰਤੀ ਮਨੁੱਖੀ ਦਿਆਲਤਾ ਹੈ। ਬੰਦੇ ਨੂੰ ਇੱਕੋ ਵੇਲੇ ਤਾਨੂਸੀ ਔਲ ਦੇ ਹਸਨ ਵਰਗਾ ਨਹੀਂ ਹੋਣਾ ਚਾਹੀਦਾ। ਗੋਨੋਖ ਵਿੱਚ ਅਧਿਆਪਕ, ਗਿਨ ਵਚੂਤਲ ਵਿੱਚ ਜੁਗ, ਕਮਿਊਨਿਸਟ ਲੀਗ ਦਾ ਪ੍ਰਬੰਧਕ ਅਤੇ ਖੂਨਜਾਮ ਵਿੱਚ ਮੁੱਲਾ। ਇਹੀ ਗੱਲ ਕਿਤਾਬ ਉੱਤੇ ਢੁਕਦੀ ਹੈ। ਨਹੀਂ ਨਹੀਂ ਅਤੇ ਇੱਕ ਵਾਰੀ ਫੇਰ ਨਹੀਂ। ਵਿਚਾਰ ਇੱਕ ਝੰਡੇ ਵਾਂਗ ਹੁੰਦਾ ਹੈ ਜਿਸ ਨੂੰ ਨਜ਼ਰਾਂ ਤੋਂ ਲੁਕਾਇਆ ਨਹੀਂ ਜਾਣਾ ਚਾਹੀਦਾ। ਇਸ ਨੂੰ ਬੁਲੰਦ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਨਾਲ ਲਿਜਾਇਆ ਜਾਣਾ ਚਾਹੀਦਾ ਹੈ ਕਿ ਲੋਕ ਉਸ ਨੂੰ ਦੇਖ ਸਕਣ ਅਤੇ ਇਸ ਦੇ ਮਗਰ ਲੱਗ ਸਕਣ। ਜਿਹੜਾ ਇਹਨਾਂ ਸ਼ਬਦਾਂ ਉੱਤੇ ਇਤਰਾਜ਼ ਕਰਦਾ ਹੈ, ਰੱਬ ਕਰੇ ਉਸ ਦੀ ਪਤਨੀ ਉਸ ਵੱਲ ਬੇਵਫਾ ਹੋਵੇ। ਨੌਜਵਾਨ ਮੰਤਰੀ ਨੇ ਜਵਾਬ ਦਿੱਤਾ, ਪਰ ਤੁਸੀਂ ਜੋ ਚਾਹੁੰਦੇ ਹੋ ਉਹ ਇਹ ਹੈ ਕਿ ਝੰਡਾ ਉਹਨਾਂ ਲੋਕਾਂ ਤੋਂ ਵੱਖ ਰਹੇ ਜਿਹੜੇ ਇਸ ਵੱਲ ਦੇਖ ਰਹੇ ਹਨ। ਦੂਜੇ ਸ਼ਬਦਾਂ ਵਿੱਚ ਤੁਸੀਂ ਚਾਹੁੰਦੇ ਹੋ ਕਿ ਵਿਚਾਰ ਨੂੰ ਮਨੁੱਖਾਂ ਦੇ ਰੂਹਾਂ ਅਤੇ ਦਿਲਾਂ ਤੋਂ ਅੱਡ ਹੋ ਕੇ ਜਿਉਣਾ ਚਾਹੀਦਾ ਹੈ। ਤੁਸੀਂ ਉਹਨਾਂ ਨੂੰ ਦੋ ਵੱਖੋ ਵੱਖਰੇ ਛਕੜਿਆਂ ਵਿੱਚ ਰੱਖ ਦਿਓਗੇ, ਪਰ ਫਰਜ਼ ਕਰੋ ਕਿ ਦੋਵੇਂ ਛਕੜੇ ਵੱਖੋ ਵੱਖਰਾ ਰਾਹ ਬਣਾ ਲੈਂਦੇ ਨੇ। ਤੁਸੀਂ ਕਹਿੰਦੇ ਹੋ ਕਿ ਆਦਮੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਅਵਾਰ ਜਾਂ ਦਾਗਿਸਤਾਨੀ ਨਾ ਸਮਝੇ, ਸਗੋਂ ਸਿਰਫ ਇੱਕ ਸੋਵੀਅਤ ਸ਼ਹਿਰੀ ਸਮਝੇ। ਪਰ ਮੈਂ ਉਦਾਹਰਨ ਵਜੋਂ ਆਪਣੇ ਆਪ ਨੂੰ ਇੱਕੋ ਵੇਲੇ ਇੱਕ ਅਵਾਰ ਦਾਗਿਸਤਾਨ ਦਾ ਸਪੂਤ ਅਤੇ ਸੋਵੀਅਤ ਸ਼ਹਿਰੀ ਸਮਝਦਾ ਹਾਂ। ਯਕੀਨਨ ਇਹ ਸੰਕਲਪ ਇੱਕ ਦੂਸਰੇ ਨੂੰ ਬੇਦਖਲ ਨਹੀਂ ਕਰਦੇ। ਇਹ ਸਾਰੇ ਜਾਣਦੇ ਹਨ ਕਿ ਦੁਨੀਆ ਕੈਮਰਿਨ ਤੋਂ ਸ਼ੁਰੂ ਹੁੰਦੀ ਹੈ। ਮੇਰਾ ਵੀ ਇਹੀ ਖਿਆਲ ਹੈ, ਪਰ ਮੇਰੇ ਲਈ ਦੁਨੀਆ ਮੇਰੇ ਉਸ ਘਰ ਤੋਂ ਵੀ ਜਿੱਥੇ ਮੈਂ ਜੰਮਿਆ ਸਾਂ, ਮੇਰੀ ਸਕਲੀਆ ਦੀਆਂ ਬਰੂਹਾਂ ਤੋਂ ਅਤੇ ਉਸ ਆਉਲ ਤੋਂ ਵੀ ਸ਼ੁਰੂ ਹੁੰਦੀ ਹੈ ਜਿਸ ਵਿੱਚ ਮੈਂ ਰਹਿੰਦਾ ਹਾਂ। ਕ੍ਰੈਮਲਿਨ ਅਤੇ ਮੇਰੀ ਆਉਲ, ਕਮਿਊਨਿਜ਼ਮ ਅਤੇ ਵਿਚਾਰ ਅਤੇ ਦੇਸ਼ ਭਗਤੀ ਦੀ ਭਾਵਨਾ ਪੰਛੀ ਦੇ ਦੋ ਪਰਾਂ ਵਾਂਗ ਹੈ, ਮੇਰੇ ਪਾਂਡੂਰ ਦੀਆਂ ਦੋ ਤਾਰਾਂ ਵਾਂਗ। ਕੋਈ ਇੱਕੋ ਲੱਤ ਉੱਤੇ ਕਿਉਂ ਕੁੱਦੇ?
ਇਸੇ ਲਈ ਤੁਹਾਨੂੰ ਇਸ ਕਿਤਾਬ ਦਾ ਦੂਜਾ ਸਿਰਲੇਖ ਲੱਭਣਾ ਪਵੇਗਾ, ਉਹ ਸਿਰਲੇਖ ਜਿਹੜਾ ਇਸ ਦੇ ਅੰਦਰਲੇ ਤੱਤ ਨੂੰ ਪ੍ਰਗਟਾ ਸਕੇ। ਮੈਂ ਹਰ ਥਾਂ ਇਸ ਨੂੰ ਢੂੰਡਿਆ। ਭਾਰਤ ਵਿੱਚ ਆਪਣੀ ਯਾਤਰਾ ਦੇ ਦੌਰਾਨ ਮੈਂ ਦਾਗਿਸਤਾਨ ਬਾਰੇ ਸੋਚਦਾ ਸਾਂ। ਉਸ ਦੇਸ਼ ਦੇ ਪੁਰਾਤਨ ਸੱਭਿਆਚਾਰ ਵਿੱਚ ਅਤੇ ਉਸਦੀ ਫਿਲਾਸਫੀ ਵਿੱਚ ਮੈਨੂੰ ਕਿਸੇ ਰਹੱਸਮਈ ਆਵਾਜ਼ ਦੀ ਗੂੰਜ ਸੁਣਾਈ ਦਿੱਤੀ। ਮੇਰੇ ਦਾਗਿਸਤਾਨ ਦੀ ਆਵਾਜ਼ ਮੇਰੇ ਲਈ ਬੜੀ ਠੋਸ ਹੈ, ਕਿਉਂਕਿ ਇਸ ਨੂੰ ਦੁਨੀਆ ਭਰ ਵਿੱਚ ਸੁਣਿਆ ਜਾ ਸਕਦਾ ਹੈ। ਐਸਾ ਸਮਾਂ ਸੀ ਜਦੋਂ ਸ਼ਬਦ ਦਾਗਿਸਤਾਨ ਸਿਰਫ ਖਾਲੀ ਘਾਟੀਆਂ ਅਤੇ ਨੰਗੀਆਂ ਚਟਾਨਾਂ ਵਿੱਚ ਹੀ ਗੂੰਜ ਪੈਦਾ ਕਰਦਾ ਸੀ। ਅੱਜ ਇਹ ਸਾਰੇ ਦੇਸ਼ ਵਿੱਚ, ਸਾਰੀ ਦੁਨੀਆ ਵਿੱਚ ਗੂੰਜਦਾ ਹੈ ਅਤੇ ਕਰੋੜਾਂ ਇਸ ਨੂੰ ਹੁੰਗਾਰਾ ਭਰਦੇ ਹਨ। ਮੈਂ 22 ਰੋਗਨਾਸ਼ਕ ਸੋਮਿਆਂ ਬਾਰੇ, ਦੇਸ਼ ਨੇਪਾਲ ਦੇ ਬੋਧੀ ਮੰਦਰਾਂ ਵਿੱਚ ਵੀ ਦਾਗਿਸਤਾਨ ਬਾਰੇ ਸੋਚਦਾ ਸਾਂ। ਪਰ ਨੇਪਾਲ ਅਜੇ ਅਣਘੜਿਆ ਹੀਰਾ ਹੈ ਅਤੇ ਮੈਂ ਇਸ ਦੀ ਤੁਲਨਾ ਦਾਗਿਸਤਾਨ ਨਾਲ ਨਹੀਂ ਕਰ ਸਕਦਾ, ਕਿਉਂਕਿ ਦਾਗਿਸਤਾਨ ਦਾ ਹੀਰਾ ਪਹਿਲਾਂ ਹੀ ਇੱਕ ਤੋਂ ਬਹੁਤੇ ਸ਼ੀਸ਼ੇ ਕੱਟ ਚੁੱਕਾ ਹੈ। ਅਫਰੀਕਾ ਵਿੱਚ ਵੀ ਮੈਂ ਦਾਗਿਸਤਾਨ ਬਾਰੇ ਸੋਚਦਾ ਸਾਂ। ਉਹ ਧਰਤੀ ਮੈਨੂੰ ਐਸੀ ਕਟਾਰ ਦੀ ਯਾਦ ਦਿਵਾਉਂਦੀ ਹੈ ਜਿਸ ਦੇ ਫਲ ਦਾ ਚੌਥਾ ਹਿੱਸਾ ਹੀ ਇਸ ਦੀ ਮਿਆਨ ਵਿੱਚੋਂ ਨਿਕਲਿਆ ਹੋਇਆ ਹੈ। ਦੂਜੇ ਦੇਸ਼ਾਂ ਵਿੱਚ ਵੀ, ਕੈਨੇਡਾ, ਬਰਤਾਨੀਆ, ਸਪੇਨ, ਮਿਸਰ ਦਾ, ਜਾਪਾਨ ਵਿੱਚ ਵੀ ਮੈਂ ਦਾਗਿਸਤਾਨ ਬਾਰੇ ਸੋਚਦਾ ਹਾਂ, ਸਾਂਝਾ ਅਤੇ ਫਰਕ ਲੱਭਦਾ ਸਾਂ। ਇੱਕ ਵਾਰੀ ਯੂਗੋਸਲਾਵੀਆ ਦੇ ਦੌਰੇ ਸਮੇਂ ਮੈਂ ਐਡਰੀਆਟਿਕ ਤੱਟ ਉੱਪਰਲੇ ਅਦਭੁਤ ਸ਼ਹਿਰ ਦੁਬਰੋਵਨਿਕ ਵਿੱਚ ਗਿਆ। ਇਸ ਸ਼ਹਿਰ ਦੇ ਘਰ ਅਤੇ ਬਾਜ਼ਾਰ ਘਾਟੀਆਂ ਅਤੇ ਚਟਾਨਾਂ ਨਾਲ ਅਣਗਿਣਤ ਕਿੰਗਰਿਆਂ ਅਤੇ ਵਧਾਣਾਂ ਵਾਲੇ ਟਿੱਲਿਆਂ ਨਾਲ ਮਿਲਦੇ ਹਨ। ਘਰਾਂ ਦੇ ਦਰਵਾਜ਼ੇ ਠੋਸ ਪੱਥਰਾਂ ਨਾਲ ਬਣੇ, ਕਦੀ-ਕਦੀ ਗੁਫਾ ਦੇ ਮੂੰਹਾਂ ਵਰਗੇ ਲੱਗਦੇ ਹਨ, ਪਰ ਇਹਨਾਂ ਲੰਮੀਆਂ ਆਧੁਨਿਕ ਇਮਾਰਤਾਂ ਦੇ ਨਾਲ ਹੀ ਮੱਧਕਾਲੀਨ, ਸਗੋਂ ਪੁਰਾਤਨ ਸਮਿਆਂ ਦੀਆਂ ਵੀ ਬਚੀਆਂ ਇਮਾਰਤਾਂ ਘੁਲੀਆਂ ਮਿਲੀਆਂ ਖੜ੍ਹੀਆਂ ਹਨ। ਸ਼ਹਿਰ ਦੇ ਦੁਆਲੇ ਇੱਕ ਫਸੀਲ ਬਣੀ ਹੋਈ ਹੈ, ਬਿਲਕੁਲ ਜਿਸ ਤਰ੍ਹਾਂ ਸਾਡਾ ਦੇਰ-ਬੇਤ ਹੈ। ਮੈਂ ਡੂੰਘੀਆਂ ਅਤੇ ਤੰਗ ਗਲੀਆਂ ਅਤੇ ਪੱਥਰ ਦੀਆਂ ਪੌੜੀਆਂ ਰਾਹੀਂ ਫਸੀਲ ਉੱਤੇ ਚੜ੍ਹਿਆ। ਇਸ ਫਸੀਲ ਉੱਤੇ ਇੱਕੋ ਇੱਕ ਫਾਸਲੇ ਉੱਤੇ ਪੱਥਰ ਦੇ ਮੀਨਾਰ ਹਨ। ਉਨ੍ਹਾਂ ਵਿੱਚੋਂ ਹਰ ਇੱਕ ਵਿੱਚ ਦੋ ਛੇਕ ਹਨ, ਗੁਸੈਲ ਅੱਖਾਂ ਵਰਗੇ। ਇਹ ਮੀਨਾਰ ਇਮਾਮ ਦੇ ਮੁਰੀਦਾਂ ਵਾਂਗ ਆਪਣੀਆਂ ਚੌਂਕੀਆਂ ਉੱਤੇ ਇਕਸਾਰ ਅਤੇ ਲਗਨ ਨਾਲ ਖਲੋਤੇ ਹਨ। ਜਦੋਂ ਮੈਂ ਫਸੀਲ ਨੂੰ ਸਿਖਰ ਉੱਤੇ ਪੁੱਜਾ ਤਾਂ ਮੈਂ ਛੇਕਾਂ ਵਿੱਚੋਂ ਮੀਨਾਰ ਦੇ ਬਾਹਰ ਦੇਖਣਾ ਚਾਹੁੰਦਾ ਸਾਂ, ਪਰ ਸੈਲਾਨੀਆਂ ਦੇ ਹਜੂਮ ਨੇ ਮੈਨੂੰ ਰੋਕ ਲਿਆ, ਜਿਹੜੇ ਆਪ ਨੇੜੇ ਹੋ ਕੇ ਦੇਖਣਾ ਚਾਹੁੰਦੇ ਸਨ। ਜਿੱਥੇ ਮੈਂ ਖੜ੍ਹਾ ਸਾਂ ਉੱਥੇ ਛੇਕਾਂ ਵਿੱਚੋਂ ਦੀ ਮੈਨੂੰ ਜੋ ਕੁਝ ਦਿਸਦਾ ਸੀ ਉਹ ਸਨ ਕਿਸੇ ਨੀਲੀ ਜਿਹੀ ਚੀਜ਼ ਦੇ ਨਿੱਕੇ-ਨਿੱਕੇ ਟੋਟੇ। ਇਹ ਟੋਟੇ ਛੇਕਾਂ ਜਿੱਡੇ ਵੀ ਸਨ, ਜਿਹੜੇ ਹਥੇਲੀ ਤੋਂ ਵੱਡੇ ਨਹੀਂ ਸਨ। ਪਰ ਜਦੋਂ ਮੈਂ ਇੱਕ ਛੇਕ ਦੇ ਨੇੜੇ ਹੋਇਆ ਤਾਂ ਮੈਂ ਵਿਸ਼ਾਲ ਸਮੁੰਦਰ ਦਾ ਦ੍ਰਿਸ਼ ਦੇਖ ਕੇ ਚਕਿਤ ਰਹਿ ਗਿਆ, ਜਿਹੜਾ ਜਨਵਰੀ ਦੀ ਧੁੱਪ ਵਿੱਚ ਚਮਕਾਂ ਮਾਰਦਾ ਪਿਆ ਸੀ। ਸੁਖਦਾਈ, ਕਿਉਂਕਿ ਆਖਰ ਵਿੱਚ ਐਡਰੀਆਟਿਕ ਸੀ, ਅਤੇ ਤੂਫਾਨੀ, ਕਿਉਂਕਿ ਆਖਰ ਵੀ ਇਹ ਜਨਵਰੀ ਦਾ ਮਹੀਨਾ ਸੀ। ਸਮੁੰਦਰ ਨੀਲਾ ਨਹੀਂ, ਸਗੋਂ ਕਈ ਰੰਗਾਂ ਦਾ ਸੀ। ਇਹ ਆਪਣੀਆਂ ਲਹਿਰਾਂ ਚਟਾਨੀ ਤੱਟ ਵੱਲ ਸੁੱਟ ਰਿਹਾ ਸੀ ਅਤੇ ਲਹਿਰਾਂ ਤੱਟ ਨਾਲ ਬਿਜਲੀ ਦੀ ਗਰਜ ਵਾਂਗ ਆ ਕੇ ਵੱਜਦੀਆਂ ਅਤੇ ਵਾਪਸ ਰਿੜ ਜਾਂਦੀਆਂ। ਸਮੁੰਦਰ ਵਿੱਚ ਜਹਾਜ਼ ਤਰ ਰਹੇ ਸਨ ਅਤੇ ਹਰ ਜਹਾਜ਼ ਸਾਡੀ ਔਲ ਜਿੱਡਾ ਹੀ ਸੀ। ਉਸ ਵੇਲੇ ਮੈਂ, ਜਿਹੜਾ ਸੈਲਾਨੀਆਂ ਦੇ ਪਿੱਛੇ ਬਾਂਹ-ਭਾਰ ਖੜ੍ਹਾ ਰਿਹਾ ਸੀ ਤਾਂ ਕਿ ਇਸ ਵਿਸ਼ਾਲ ਸੰਸਾਰ ਉੱਤੇ ਝਾਤ ਮਾਰ ਸਕਾਂ, ਅਤੇ ਫਿਰ ਚੰਗੀ ਤਰ੍ਹਾਂ ਦੇਖਣ ਲਈ ਛੇਕ ਦੇ ਨੇੜੇ ਆ ਗਿਆ ਸਾਂ। ਫਿਰ ਦਾਗਿਸਤਾਨ ਨੂੰ ਯਾਦ ਕੀਤਾ। ਇਹ ਸਾਰਾ ਸਮਾਂ ਆਪਣੀ ਵਾਰੀ ਉਡੀਕਦਾ ਪਿੱਛੇ ਬਾਂਹ-ਭਾਰ ਖੜ੍ਹਾ ਰਿਹਾ ਸੀ, ਅਤੇ ਉਹਨਾਂ ਦੀਆਂ ਚੌੜੀਆਂ ਪਿੱਠਾਂ ਇਸ ਦੀ ਰਾਹ ਰੋਕੀ ਖੜ੍ਹੀਆਂ ਸਨ। ਜਿਹੜੇ ਵਧੇਰੇ ਖੁਸ਼ਕਿਸਮਤ ਸਨ ਅਤੇ ਅੱਗੇ ਖੜ੍ਹੇ ਸਨ, ਉਹ ਇਸ ਨੇ ਗੜ੍ਹੀ ਦੀ ਕੰਧ ਵਿਚਲੇ ਛੇਕ ਵਿੱਚੋਂ ਸਾਰੀ ਦੁਨੀਆ ਨੂੰ ਦੇਖਿਆ
ਹੁਣ ਇਹ ਵਿਸ਼ਾਲ ਸੰਸਾਰ ਨਾਲ ਰਲ ਮਿਲ ਚੁੱਕਾ ਸੀ ਅਤੇ ਆਪਣੇ ਨਾਲ ਆਪਣੀਆਂ ਰਹੁ ਰੀਤਾਂ, ਤੌਰ ਤਰੀਕੇ, ਗੀਤ ਅਤੇ ਮਾਣ ਦੀਆਂ ਭਾਵਨਾ ਲੈ ਕੇ ਆਇਆ ਸੀ। ਵੱਖੋ ਵੱਖਰੇ ਸਮੇਂ 'ਤੇ ਵੱਖੋ ਵੱਖਰੇ ਬਿੰਬਾਂ ਦੀ ਖੋਜ ਰਾਹੀਂ ਹਰ ਤਰ੍ਹਾਂ ਦੇ ਕਵੀਆਂ ਨੇ ਦਾਗਿਸਤਾਨ ਬਾਰੇ ਆਪਣੇ ਸੰਕਲਪਾਂ ਨੂੰ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋਗੀ ਕਵੀ ਮਹਿਮੂਦ ਨੇ ਦਾਗਿਸਤਾਨ ਦੇ ਲੋਕਾਂ ਬਾਰੇ ਕਿਹਾ ਸੀ ਕਿ ਉਹ ਪਹਾੜੀ ਨਦੀਆਂ ਵਾਂਗ ਹਨ, ਜਿਹੜੀਆਂ ਲਗਾਤਾਰ ਇੱਕੋ ਧਾਰਾ ਵਿੱਚ ਇੱਕਮਿਕ ਹੋਣ ਲਈ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ, ਪਰ ਇੰਜ ਨਹੀਂ ਕਰ ਸਕਦੀਆਂ ਅਤੇ ਆਪਣੇ ਤਰੀਕੇ ਵਹਿੰਦੀਆਂ ਰਹਿੰਦੀਆਂ ਹਨ। ਉਸਨੇ ਇਹ ਵੀ ਕਿਹਾ ਸੀ ਕਿ ਦਾਗਿਸਤਾਨ ਦੇ ਲੋਕ ਇੱਕ ਤਰ੍ਹਾਂ ਨਾਲ ਉਸ ਨੂੰ ਤੰਗ ਘਾਟੀ ਵਿੱਚ ਉੱਗਦੇ ਫੁੱਲਾਂ ਦੀ ਯਾਦ ਦਿਵਾਉਂਦੇ ਹਨ, ਜਿਹੜੇ ਇੱਕ ਦੂਜੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ ਪਰ ਗਲਵੱਕੜੀ ਨਹੀਂ ਪਾ ਸਕਦੇ। ਪਰ ਕੀ ਦਾਗਿਸਤਾਨ ਦੇ ਲੋਕ ਹੁਣ ਮਿਲ ਕੇ ਇੱਕੋ ਇੱਕ ਪਹਾੜੀ ਧਾਰਾ, ਇੱਕੋ ਇੱਕ ਗੁਲਦਸਤਾ ਨਹੀਂ ਬਣਾ ਸਕਦੇ? ਬਾਤੀ ਰਾਏ ਨੇ ਇੱਕ ਵਾਰੀ ਕਿਹਾ ਸੀ, ਜਿਸ ਤਰ੍ਹਾਂ ਕੋਈ ਗਰੀਬ ਆਪਣਾ ਪਾਟਾ, ਭੇਡ ਦੀ ਖੱਲ ਵਾਲਾ ਕੋਟ ਦੂਰ ਤੋਂ ਦੂਰ ਹਨੇਰੇ ਕੋਨੇ ਵਿੱਚ ਸੁੱਟ ਛੱਡਦਾ ਹੈ, ਦਾਗਿਸਤਾਨ ਨੂੰ ਵੀ ਮਰੋੜ ਮਰਾੜ ਕੇ ਪਹਾੜੀ ਘਾਟੀਆਂ ਵਿੱਚ ਸੁੱਟ ਦਿੱਤਾ ਗਿਆ ਹੋਇਆ ਹੈ। ਦਾਗਿਸਤਾਨ ਦਾ ਇਤਿਹਾਸ ਪੜ੍ਹਨ ਤੋਂ ਪਿੱਛੋਂ ਪਿਤਾ ਜੀ ਨੇ ਇਸ ਦੀ ਤੁਲਨਾ ਸ਼ਰਾਬ ਪੀਣ ਵਾਲੇ ਸਿੰਘ ਨਾਲ ਕੀਤੀ ਸੀ, ਜਿਹੜਾ ਸ਼ਰਾਬ ਦੇ ਦੌਰ ਸਮੇਂ ਆਮ ਕਰਕੇ ਮੇਜ਼ ਉੱਤੇ ਹੱਥੋਂ ਹੱਥੀ ਫੇਰਿਆ ਜਾਂਦਾ ਹੈ। ਮੇਰੇ ਦਾਗਿਸਤਾਨ, ਮੈਂ ਤੇਰੀ ਕਿਸ ਦੇ ਨਾਲ ਤੁਲਨਾ ਕਰਾਂ? ਤੇਰੀ ਕਹਾਣੀ ਅਤੇ ਤੇਰੀ ਹੋਣੀ ਬਾਰੇ ਆਪਣੇ ਵਿਚਾਰਾਂ ਨੂੰ ਜ਼ਬਾਨ ਦੇਣ ਲਈ ਮੈਂ ਕਿਹੜੀ ਬਿੰਬਾਵਲੀ ਵਰਤਾਂ? ਸ਼ਾਇਦ ਜ਼ਿਆਦਾ ਸੁੰਦਰ ਅਤੇ ਜ਼ਿਆਦਾ ਢੁਕਵੇਂ ਸ਼ਬਦ ਮਗਰੋਂ ਮੈਨੂੰ ਔੜਨਗੇ, ਪਰ ਅੱਜ ਮੈਂ ਕਹਿੰਦਾ ਹਾਂ, ਇੱਕ ਨਿੱਕੀ ਜਿਹੀ ਬਾਰੀ ਜਿਹੜੀ ਦੁਨੀਆ ਦੇ ਵਿਸ਼ਾਲ ਸਾਗਰ ਉੱਪਰ ਝਾਤੀ ਪਾਉਂਦੀ ਹੈ, ਜਾਂ ਸੰਖੇਪ ਵਿੱਚ ਮਹਾਸਾਗਰ ਵੱਲ ਖੁੱਲ੍ਹਦੀ ਨਿੱਕੀ ਬਾਰੀ। ਤਾਂ ਮੇਰੇ ਮੰਤਰੀਓ, ਤੁਹਾਡੇ ਸਾਹਮਣੇ ਕਿਤਾਬ ਦਾ ਦੂਜਾ ਨਾਂ ਹੈ ਜਿਹੜੀ ਮੈਂ ਲਿਖਣ ਲੱਗਾ ਹਾਂ। ਮੈਂ ਮੰਨਦਾ ਹਾਂ ਕਿ ਮੇਰੇ ਦਾਗਿਸਤਾਨ ਦੇ ਗੁਆਂਢੀ ਦੂਜੇ ਦੇਸ਼ ਵੀ ਆਪਣੇ ਬਾਰੇ ਉਹੀ ਕਹਿ ਸਕਦੇ ਹਨ। ਤਾਂ ਕੀ ਇਹ ਹੋਇਆ? ਇਸ ਨੂੰ ਕੁਝ ਨਾ ਸਿਰਨਾਵੇਂ ਮਿਲ ਜਾਣਗੇ। ਮੈਂ ਤੁਹਾਨੂੰ ਆਪਣਾ ਪਾਪਾਖਾ ਪੇਸ਼ ਕਰਦਾ ਹਾਂ, ਮੇਰਾ ਦਾਗਿਸਤਾਨ, ਅਤੇ ਇਸ ਪਾਪਾਖਾ ਉੱਪਰਲਾ ਸਿਤਾਰੇ ਵਾਲਾ ਬੈਜ ਹੈ, ਮਹਾਸਾਗਰ ਵੱਲ ਖੁੱਲ੍ਹਦੀ ਨਿੱਕੀ ਬਾਰੀ। ਵਜਾਉਣਾ ਸ਼ੁਰੂ ਕਰਨ ਵਾਲੇ ਵਾਂਗ ਮੈਂ ਆਪਣਾ 2 ਤਾਰਾ ਵਾਲਾ ਪਾਂਡੂਰ ਸੁਰ ਕਰ ਲਿਆ ਹੈ। ਸਿਉਣਾ ਸ਼ੁਰੂ ਕਰਨ ਵਾਲੇ ਵਾਂਗ ਮੈਂ ਆਪਣੀ ਸੂਈ ਵਿੱਚ ਧਾਗਾ ਪਾ ਲਿਆ ਹੈ। ਮੇਰੇ ਮੰਤਰੀ ਨੇ ਕਿਤਾਬ ਦੇ ਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤਰ੍ਹਾਂ ਕਿਸੇ ਕੌਮਾਂਤਰੀ ਕਾਨਫਰੰਸ ਵਿੱਚ ਆਖਰ ਮੰਤਰੀ ਏਜੰਡੇ ਨੂੰ ਪ੍ਰਵਾਨਗੀ ਦੇ ਦਿੰਦੇ ਹਨ। ਇੰਜ ਵਾਪਰ ਸਕਦਾ ਹੈ ਕਿ 2 ਭਰਾ ਇੱਕੋ ਘੋੜੇ ਉੱਤੇ ਸ਼ਾਂਤੀ ਨਾਲ ਸਵਾਰੀ ਕਰੀ ਜਾਣ। ਇਹ ਵੀ ਵਾਪਰ ਸਕਦਾ ਹੈ ਕਿ ਇੱਕੋ ਸਾਹ ਸਵਾਰ ਇੱਕੋ ਲਗਾਮ ਨਾਲ 2 ਘੋੜਿਆਂ ਨੂੰ ਪਾਣੀ ਡਾਉਣ ਲਈ ਲੈ ਜਾਏ। ਅਬੂ ਤਾਲਬ ਨੇ ਕਿਹਾ ਸੀ, ਉਸਨੇ ਲਿਓ ਤਾਲਸਤਾਏ ਦੇ ਟੋਪ ਵਰਗਾ ਟੋਪ ਖਰੀਦ ਲਿਆ ਹੈ। ਇਹ ਉਸੇ ਤਰ੍ਹਾਂ ਦਾ ਸਿਰ ਕਿੱਥੋਂ ਖਰੀਦ ਸਕਦਾ ਹੈ? ਕਹਾਵਤ ਹੈ, ਉਸਨੂੰ ਚੰਗਾ ਨਾਂ ਤਾਂ ਦੇ ਦਿੱਤਾ ਗਿਆ ਹੈ, ਉਹ ਆਦਮੀ ਕਿਸ ਤਰ੍ਹਾਂ ਦਾ ਬਣੇਗਾ?